ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਨ, ਹਿਰਦੈ ਧਿਆਨ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ, ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਰਮ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵਿਚਾਰ, ਗੁਰੂ ਗ੍ਰੰਥ ਸਾਹਿਬ ਬੋਧਤ, ਬੰਦੋਂ ਕਰ ਅਨੁਰਾਗ, ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ, ਏਕ ਓੰਕਾਰਾ ਸਤਿਗੁਰੂ, ਤਿਨ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਰਨ ਸੇਤ ਹੰਸ ਬਾਣੀ, ਜੋ ਜਗ ਬਾਣੀ ਰੂਪ, ਤਿਹ ਪਦ ਬੰਦਨ ਕਰ ਭਰੇ, ਬਰਨੋ ਕਥਾ ਅਨੂਪ। ਬਰਨ ਸੇਤ ਹੰਸ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ ਗੁਰੂ ਗਰੀਬ ਨਵਾਜ ਅੰਤਰਜਾਮੀ, दीन दुनिया के वाली, पंथ के वाली, श्री गुरु ग्रंथ साहिब जी की महान महान कृपा के सत्कार गुरुद्वारा बाबा बंदा सिंह बहादुर जी विखे शाम वेले दे संध्या के दीवान सजे हैं। दीवाना दे विच गुर इतिहास की कथा वार्ता का समा सानू प्राप्त हो रहा।
आओ गुरु के सिखो, जितने भी गुरु नानक नाम लेवा सिख संगतां ने, जितने भाई भाई ने, आओ सारे असी गुरु नानक देव जी के ਅੰਮ੍ਰਿਤਮਈ ਜਸ ਨੂੰ ਸ਼ਰਵਣ ਕਰਕੇ ਆਪ ਦੀਆਂ ਜ਼ਿੰਦਗੀ ਦੀਆਂ ਸਵਾਸਾਂ ਨੂੰ ਸਫਲਿਆਂ ਕਰੀਏ। ਪਿਛਲੇ ਦੀਵਾਨਾਂ ਵਿੱਚ ਅਸੀਂ ਸ਼ਰਵਣ ਕੀਤਾ ਕਿ ਦੀਨ ਦੁਨੀਆ ਦੇ ਵਾਲੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਜਲੰਧਰ ਨੂੰ ਤਾਰਦੇ ਹੋਏ ਸੁਲਤਾਨਪੁਰ ਲੋਧੀ ਬੇਬੇ ਨਾਨਕੀ ਦੇ ਪਾਸ ਆਏ ਨੇ। ਤਕਰੀਬਨ 12-13 ਸਾਲਾਂ ਬਾਅਦ ਅੱਜ ਵੀਰ ਦਾ ਮੁਖ ਦੇਖ ਕੇ ਬੇਬੇ ਨਾਨਕੀ ਦਾ ਹੁਲਾਸ ਸ਼ਾਂਤ ਨਹੀਂ ਹੋ ਰਿਹਾ। ਬਹੁਤ ਜ਼ਿਆਦਾ ਚਾਅ ਚੜਿਆ ਹੈ, ਇੰਨਾ ਜ਼ਿਆਦਾ ਚਾਅ, ਫਿਰ ਡਰ ਵੀ ਹੈ ਕਿਤੇ ਹੁਣ ਸਾਡਾ ਵੀਰ ਸਾਡੇ ਤੋਂ ਵਿਛੜ ਨਾ ਜਾਏ। ਵਾਰ-ਵਾਰ ਬੇਬੇ ਨਾਨਕੀ ਪੁਕਾਰਾਂ ਕਰਦੀ ਹੈ, ਐ ਵੀਰ ਜੀ ਤੁਸੀਂ ਸਾਨੂੰ ਭੁਲਾ ਹੀ ਲਿਆ ਹੈ। ਕਿੰਨਾ ਸਮਾਂ ਹੋ ਗਿਆ, ਨਾ ਕੋਈ ਪਤਾ ਨਾ ਕੋਈ ਪਤਾ, ਤੁਸੀਂ ਸਾਨੂੰ ਕੋਈ ਸੁਨੇਹਾ ਹੀ ਨਾ ਭੇਜਿਆ। ਤੁਹਾਨੂੰ ਪਤਾ ਹੈ ਅਸੀਂ ਤੁਹਾਡੇ ਤੋਂ ਬਿਨਾਂ ਕਿਵੇਂ ਮਰ ਮਰ ਕੇ ਦਿਨ ਕੱਢੇ ਹੈ, ਤੁਸੀਂ ਨਹੀਂ ਜਾਣਦੇ ਹੋ। ਬੜੀ ਮੁਸ਼ਕਿਲ ਨਾਲ ਸਾਡੇ ਦਿਨ ਬਤੀਤ ਹੋਏ ਹੈ। ਹੁਣ ਕਿਰਪਾ ਕਰੋ ਇੱਥੇ ਰਹਿ ਪਵੋ, ਹੁਣ ਨਾ ਕਿਧਰੇ ਜਾਇਓ। ਤੁਹਾਡੇ ਦਰਸ਼ਨ ਕਰਕੇ ਸਾਡੇ ਸਾਰੇ ਦੁੱਖ ਉਤਰਦੇ ਨੇ। ਤੁਸੀਂ ਜੋ ਆਖੋ ਖਾਣਾ ਹੈ, ਪਹਿਨਣਾ ਹੈ, ਜੇ ਸਾਧ ਸੰਗਤ ਕਰਨੀ ਇੱਥੇ ਸੱਦ ਲਿਆ ਕਰਾਂਗੇ ਸੰਗਤ ਨੂੰ, ਪਰ ਤੁਸੀਂ ਨਾ ਕਿਤੇ ਜਾਇਓ। ਇੱਥੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਰਿਹਾ ਕਰੋ। ਪਰ ਸਤਿਗੁਰੂ ਨਾਨਕ ਦੇਵ ਕਹਿਣ ਲੱਗੇ, ਭੈਣ ਜੀ ਅਸੀਂ ਤੁਹਾਡੇ ਬਚਨ ਨੂੰ ਮੋੜਦੇ ਨਹੀਂ ਹਾਂ, ਪਰ ਤੁਹਾਡੇ ਨਾਲ ਅਸੀਂ ਵਚਨ ਕੀਤਾ ਕਿ ਜਦੋਂ ਸਾਨੂੰ ਤੁਸੀਂ ਯਾਦ ਕਰੋਗੇ ਅਸੀਂ ਉਦੋਂ ਆ ਜਾਇਆ ਕਰਾਂਗੇ। ਅੱਜ ਵੀ ਤੁਸੀਂ ਸਾਨੂੰ ਯਾਦ ਕੀਤਾ ਸੀ ਨਾ, ਭਾਵੇਂ ਤੁਸੀਂ ਸਵੇਰ ਤੋਂ ਕਈਆਂ ਨਾਲ ਸਾਡਾ ਜ਼ਿਕਰ ਕੀਤਾ, ਅੱਜ ਤੁਹਾਡੀ ਤਾਰ ਸਾਨੂੰ ਖੜਕ ਗਈ, ਸਾਨੂੰ ਆਉਣਾ ਪੈ ਗਿਆ। ਹੁਣ ਜੇ ਤੁਸੀਂ ਕਹਿੰਦੇ ਹੋ ਪੱਕੇ ਇੱਥੇ ਠਹਿਰ ਜਾਈਏ, ਇਸ ਤਰ੍ਹਾਂ ਬੜਾ ਮੁਸ਼ਕਲ ਹੈ। ਜਿਵੇਂ ਸਾਨੂੰ ਵਾਹਿਗੁਰੂ ਦੀ ਆਗਿਆ ਹੈ, ਕਰਤਾ ਪੁਰਖ ਵਾਹਿਗੁਰੂ ਸਾਨੂੰ ਜਿਵੇਂ ਲੈ ਜਾਂਦੇ ਹੈ ਅਸੀਂ ਉਵੇਂ ਜਾਂਦੇ ਹਾਂ, ਸਾਡਾ ਕੋਈ ਜ਼ੋਰ ਨਹੀਂ ਚੱਲਦਾ ਹੈ। ਇੱਦਾਂ ਕਹਿ ਕੇ ਸਤਿਗੁਰੂ ਉੱਥੋਂ ਆ ਗਏ ਨੇ। ਫਿਰ ਆਪ ਦਾ ਪਿੰਡ ਤਲਵੰਡੀ ਵਿਖੇ ਸਤਿਗੁਰੂ ਪਹੁੰਚੇ ਹੈ। ਤੇ ਵੇਖੋ ਬਾਪ ਦੇ ਡਰ ਕਰਕੇ ਸਤਿਗੁਰੂ ਘਰ ਨਾ ਗਏ। ਉੱਥੇ ਬਾਹਰ ਹੀ ਭਾਈ ਬਾਲਾ ਜੀ ਦੇ ਪਿਤਾ ਜੀ ਦਾ ਖੂਹ ਹੈ, ਬਾਬਾ ਚੰਦਰਭਾਨ ਜੀ ਦਾ। ਉਹ ਖੂਹ 'ਤੇ ਬੈਠ ਗਏ ਨੇ ਠੰਡੀ ਸ਼ਾਮ ਦੇ। ਤੇ ਭਾਈ ਮਰਦਾਨੇ ਨੇ ਆਖਿਆ, ਮਹਾਰਾਜ ਜੇ ਤੁਸੀਂ ਨਹੀਂ ਜਾਣਾ ਹੈ ਤੇ ਮੈਂ ਘਰੋਂ ਹੋ ਨਾ ਹਾਂ, ਮੈਨੂੰ ਵੀ ਬੜਾ ਲੰਬਾ ਸਮਾਂ ਹੋ ਗਿਆ, ਮੈਂ ਵੀ ਕੋਈ ਖਬਰਸਾਰ ਲਵਾਂ। ਮੇਰੇ ਘਰ ਵਾਲੇ ਹੈਗੇ ਹੈ ਜਾਂ ਖਤਮ ਹੋ ਗਏ ਨੇ? ਇੰਨਾ ਹੀ ਹਲੇ ਕਿਹਾ ਹੈ ਮਰਦਾਨੇ ਨੇ। ਤੇ ਸਤਿਗੁਰੂ ਜੀ ਨੇ ਵਿਵਰਜਿਤ ਕਰ ਦਿੱਤਾ, ਕਹਿੰਦਾ ਕਿ ਅੱਗੇ ਵਾਸਤੇ ਨਾ ਇਹ ਲਫ਼ਜ਼ ਬੋਲੀ। ਸਾਡੇ ਹੁੰਦਿਆਂ ਜੇ ਤੇਰਾ ਪਰਿਵਾਰ ਖਤਮ ਹੋ ਜਾਏ ਫਿਰ ਅਸੀਂ ਐਵੇਂ ਦੁਨੀਆ ਦਾ ਬੋਝ ਚੁੱਕਿਆ ਹੋਇਆ ਹੈ। ਐ ਮਰਦਾਨੇ ਜਿੰਨਾ ਚਿਰ ਅਸੀਂ ਤੇਰੇ ਨਾਲ ਹਾਂ, ਤੇਰੇ ਪਰਿਵਾਰ ਨੂੰ ਕੋਈ ਦੁੱਖ ਨਹੀਂ ਪਹੁੰਚ ਸਕਦਾ ਹੈ। ਐ ਸਾਡਾ ਤੇਰੇ ਨਾਲ ਵਚਨ ਹੈ। ਇਹਦਾ ਮਰਦਾਨਾ ਬੜਾ ਖੁਸ਼ ਹੋਇਆ, ਕਹਿਣ ਲੱਗਾ ਫਿਰ ਸਤਿਗੁਰੂ ਮੈਂ ਜਾਵਾਂ? ਮਹਾਰਾਜ ਕਹਿਣਗੇ ਜਾਓ। ਤੇ ਫਿਰ ਕਹਿਣ ਲੱਗਾ ਮਹਾਰਾਜ ਮੈਂ ਕਿਵੇਂ ਜਾਵਾਂ ਹੁਣ ਖਾਲੀ ਹੱਥ? ਮਹਾਰਾਜ ਮੇਰੇ ਪਰਿਵਾਰ ਨੇ ਕਹਿਣਾ ਇੰਨੇ ਸਾਲਾਂ ਬਾਅਦ ਆਇਆ ਹੈ ਤੇ ਅੱਜ ਕੁਛ ਲੈ ਕੇ ਵੀ ਨਹੀਂ ਆਇਆ। ਮੇਰੇ ਬੱਚਿਆਂ ਨੇ ਵੀ ਮੈਨੂੰ ਪੁੱਛਣਾ ਹੈ, ਮੈਂ ਕੀ ਜਵਾਬ ਦੇਵਾਂਗਾ? ਸਤਿਗੁਰੂ ਕਹਿਣਗੇ ਆ ਜਿਹੜੀ ਰੋਡ ਪਏ ਹੋਏ ਹੈ ਨਾ, ਇਹ ਸਾਰੇ ਰੋਡ ਆਪ ਦੇ ਪੱਲੇ ਨਾਲ ਬੰਦ ਹੈ। ਤੇ ਘਰ ਜਾ ਕੇ ਜੋ ਇੱਛਾ ਕਰੇਗਾ ਉਹ ਇੱਛਾ ਤੇਰੀ ਸੰਪੰਨ ਹੋਏਗੀ। ਐਸਾ ਹੀ ਹੋਇਆ। ਘਰ ਗਿਆ, ਜਦੋਂ ਘਰ ਜਾ ਕੇ ਉਹ ਬਸਤਰ ਨੂੰ ਖੋਲ੍ਹਿਆ, ਉਹ ਸੋਨੇ ਦੇ ਪੱਥਰ ਬਣ ਗਏ। ਇਹ ਸਤਿਗੁਰੂ ਮਹਾਰਾਜ ਦੇ ਮਾਇਆ ਦਾ ਸਾਰਾ ਜਲਵਾ ਹੈ। ਕਿਉਂ? ਸਤਿਗੁਰੂ ਮਹਾਰਾਜ ਸਭ ਕੁਛ ਕਰਨ ਕਰਾਉਣਹਾਰੇ ਹੈ, ਇਸ 'ਤੇ ਕੋਈ ਸੰਸਾ ਨਾ ਕਰੇ। ਫਿਰ ਮਰਦਾਨਾ ਜੀ ਨੂੰ ਦੇਖ ਕੇ ਬੜੀਆਂ ਸੰਗਤਾਂ ਆਉਣ ਲੱਗੀਆਂ, ਸਾਰੇ ਲੋਕ ਇਕੱਠੇ ਹੋ ਕੇ ਆ ਰਹੇ। ਕਹਿਣ ਲੱਗੇ ਇਹ ਉਹ 82 ਮਰਦਾਨਾ ਹੈ
जिन्हें सतगुरु नानक की संगत की है तो देख लो अज कितना धन कमा के लिया है। लोग सारे इदा कहते हैं, लोग कहते देखो कितना निर्मल शांत सुभाव हो गया इहदा, देख लो ये वाहिगुरू की ऐसी महानता। सारे लोग इस तरह मर्दाने की उस्तत करते हैं। अगे जी वार्ता आ रही है वो बड़े प्रेम नाल श्रवण करिए। अगला प्रसंग शुरू होने लगा है। कवि भाई रतन सिंह जी भंगू प्रसंग की आरंभता देते मंगलाचरण करते हैं। हर प्रसंग के शुरू से कदे गुरु नानक देव जी का, कदे गुरु अंगद देव जी का, 10 पातशाहियों का, कदे अकाल पुरख जी का, कदे वाहिगुरू की शक्ति का वर्णन करते हैं। हुण मंगलाचरण करते हैं वाहिगुरू की शक्ति का। सो आओ बड़े प्रेम नाल श्रवण करने का यत्न करिए। एक दफा सारिया संगतां जितने भी गुरु नानक नाम लेवा सिख संगतां सतगुरां दे हजूरी अंदर सुभाईमान ने सतगुरां दा अमृतमई जस गायन करिए। प्रेम नाल आखिए सतनाम श्री वाहिगुरू साहिब जी, सतनाम श्री वाहिगुरू साहिब जी। दोहरा वर्ण श्वेत हंस वाहनी, जो जगबानी रूप। जो चिट्टे रंग का जिसका असवारी का साधन है, हंस से सवार होने वाली सरस्वती का जिक्र करते हैं। क्योंकि ये महान कवियां की अपनी मनौत है। सो जिवें कोई कलम का धनी गणेश को मनते हैं, ऐसा ही विद्या की दाती सो ए सनातनी मनुख सरस्वती को मनते हैं। इस वास्ते कवि जी महान कवि होने के नाते सो उन्होंने मनुखों की भी जी रीति है उन्होंने भी मुख रखते हैं। क्योंकि कवि लोगों को सारा कुछ देखना पैदा है। कवि जी उस अकाल पुरख की शक्ति का वर्णन करते हैं। कहने जो जग बानी रूप, जो सारे जगत में बाणी रूप होकर वरतती पई है, सारे जीवां की जितनी आवाज़ है धुनी है, यह उस शक्ति का रूप है। तेह पद बंधन कर भरे बरनो कथा अनूप। वो वाहिगुरू की शक्ति के चरणों से असीं मत्था टेकते हाँ। अते हुण गुरु नानक देव जी की अगली कथा आप जी सुनाउण का यत्न करते। श्री बाला संधुरवाच भाई बाला जी जो संधू गोत दे है, महान गुरु के सिख ने आपके मुख तो इतिहास सुना रहे हैं। वो सारा इतिहास गुरु अंगद देव जी अते तमाम संगतां सुन रही ने। यह सारा इतिहास कवि भाई संतोख सिंह ने आपके कलमबंद किया होया। यह भाई बाले वाली पुरानी साखी का यह जिक्र सुनो। दूचो पई द्वै घटका बीते तत्कालू। 2 घड़ियां जदों बीत हो गई, भाई मरदाने को पता ही ना लगा किस वेले 2 घड़ियां लंघियां ने। जदों विछोड़ा होए एक एक पल बड़ा लम्मा लगता है। जदों असी मित्रां संबंधियों में खुशी खेड़े के माहौल में होइए, पता ही नहीं लगता किस वेले समा लंघ गया सारा। वो समा इंज लगता है जिवें पल ही लंघिया है। सोचता है मनुख आ जिहड़ा खुशी का वेला है ना हम जावे ना, पर समा है, समय की सीमा है, समा आप की चाल चलता जाता है। भाई मरदाना जी परिवार में संबंधियों में बड़े हस खेडते पे ने। उधर सतगुरां की याद आ गई कि सतगुरु जी ने कहा सी 2 घड़ियां तो वध समा ना लाई, किधरे मोह विच ना फस के बैठ जाए, छेती छेती आ जाए साडे कोल। इतना कह लगे 2 घड़ियां बीत गईयां, चलियो जहां तो आलिया कानू। फिर मरदाना जी गुरु नानक साहब के घर गए ने। बाबा कालू जी दे, गुरु नानक साहिब के पिता जी बाबा कल्याण दास जी, उन्होंने घर मरदाना गया। आगे श्री नानक की माता
ਅੱਗੇ ਮਾਤਾ ਤ੍ਰਿਪਤਾ ਜੀ ਘਰ ਵਿੱਚ ਹੀ ਨੇ, ਭਾਵੇਂ ਬਾਬਾ ਕਾਲੂ ਜੀ ਕਿਧਰੇ ਬਾਹਰ ਕਾਰ ਵਿਹਾਰ ਕਰਨ ਵਾਸਤੇ ਗਏ ਨੇ, ਮਾਤਾ ਅਕਸਰ ਘਰ ਹੀ ਹੋਇਆ ਕਰਦੀ ਹੈ, ਕਿਉਂਕਿ ਮਾਵਾਂ ਦੀ ਤਾਂ ਸੇਵਾ ਘਰ ਵਿੱਚ ਹੀ ਹੁੰਦੀ ਹੈ। ਕੁਝ ਬਣਾ ਲਿਆ, ਕੁਝ ਖਾ ਲਿਆ, ਜਾਂ ਕੁਛ ਘਰ ਦਾ ਕੰਮ ਕਾਜ ਕਰ ਲਿਆ। ਮਾਤਾ ਇਕੱਲੀ ਘਰ ਹੈ, ਕਿਉਂਕਿ ਇਕਲੌਤਾ ਪੁੱਤਰ ਹੈ ਸਤਿਗੁਰੂ ਨਾਨਕ ਦੇਵ ਜੀ, ਉਹ ਤਾਂ ਘਰ ਵਿੱਚ ਹੈ ਨਹੀਂ। ਤਾਂ ਕਹਿੰਦੇ ਹੈ ਮਾਤਾ ਤ੍ਰਿਪਤਾ ਘਰੇ ਹੈ, ਤ੍ਰਿਪਤਾ ਨਾਮ ਸੋ ਥੀ ਬਖਿਆਤਾ, ਜਿਸ ਦਾ ਨਾਮ ਮਾਤਾ ਤ੍ਰਿਪਤਾ ਕਰਕੇ ਜਗਤ ਗਾਉਂਦਾ ਹੈ ਕਿ ਤ੍ਰਿਪਤਾ ਦੇ ਘਰ ਚੰਨ ਚੜਿਆ। ਐਸੇ ਸਤਿਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਦੇਵੀ। ਜਬ ਆਵਤ ਦੇਖਿਓ ਮਰਦਾਨਾ, ਦੇਖਿਆ ਹੈ ਮਰਦਾਨਾ ਅੱਜ ਆਇਆ ਹੈ। ਕਿੰਨੇ ਚਿਰ ਬਾਅਦ? 12-13 ਸਾਲਾਂ ਬਾਅਦ। ਕੋਈ ਗਿਣਤੀ ਮਿਣਤੀ ਨਹੀਂ ਕਿੰਨਾ ਸਮਾਂ, ਵੱਧ ਵੀ ਸਮਾਂ ਹੋ ਸਕਦਾ ਹੈ, ਕਿਉਂਕਿ ਸਤਿਗੁਰੂ ਬਹੁਤ ਲੰਮਾ ਸਮਾਂ ਵਿਦੇਸ਼ਾਂ ਦੀ ਯਾਤਰਾ ਕਰਦੇ ਹੋਏ ਅੱਜ ਆਪ ਤੇ ਪਿੰਡੋਂ ਬਾਹਰ ਬੈਠੇ ਹੈ। ਮਰਦਾਨੇ ਨੂੰ ਭੇਜਿਆ ਹੈ ਪਿੰਡ ਘਰ ਵਿੱਚ। ਕਹਿਣ ਲੱਗੇ ਮਰਦਾਨਾ ਜਦੋਂ ਘਰ ਗਿਆ, ਗੱਲ ਸੁਣ ਲਾ ਵਿਰਾਗ ਬਹੁ ਠਾਨਾ। ਮਾਤਾ ਤ੍ਰਿਪਤਾ ਜੀ ਨੇ ਮਰਦਾਨੇ ਵਿੱਚੋਂ ਆਪਦੇ ਪੁੱਤਰ ਨੂੰ ਹੀ ਦੇਖਿਆ ਹੈ, ਸੋਚਿਆ ਇਹ ਮੇਰੇ ਪੁੱਤਰ ਦਾ ਦੋਸਤ ਹੈ। ਭਾਵੇਂ ਮਰਦਾਨਾ ਜੀ ਦੀ ਉਮਰ ਸਤਿਗੁਰਾਂ ਨਾਲੋਂ ਥੋੜ੍ਹੀ ਵੱਡੀ ਹੈ, 2-4 ਸਾਲ, ਪਰ ਮਰਦਾਨੇ ਵਿੱਚ ਮਾਤਾ ਤ੍ਰਿਪਤਾ ਜੀ ਨੂੰ ਗੁਰੂ ਨਾਨਕ ਦੇਵ ਜੀ ਦਿਸ ਰਹੇ ਨੇ, ਕਿਉਂਕਿ ਮੋਹ ਹੈ ਪੁੱਤਰ ਦਾ। ਹੁਣ ਪੁੱਤਰ ਤੇ ਦੱਸਿਆ ਨਹੀਂ, ਮਰਦਾਨੇ ਨੂੰ ਬੜੇ ਪ੍ਰੇਮ ਨਾਲ ਗਲਵਕੜੀ ਵਿੱਚ ਲਿਆ। ਭਇਓ ਮੋਹ ਸੰਤਾ ਸੋ ਪ੍ਰਵਾਹ, ਇੰਨਾ ਮੋਹ ਜਾਗ ਗਿਆ। ਮੰਨ ਲਓ ਕਹਿਣ ਲੱਗੇ ਦਰਿਆ ਹੀ ਵਗ ਰਿਹਾ ਹੈ ਮੋਹ ਦਾ। ਮਾਤਾ ਤ੍ਰਿਪਤਾ ਦੇ ਨੇਤਰਾਂ ਵਿੱਚੋਂ ਜਲ ਵਹਿ ਰਿਹਾ ਹੈ, ਬਹੁਤ ਜ਼ਿਆਦਾ ਖਿੱਚ ਪੈ ਰਹੀ ਹੈ। ਔਰ ਦੇਖਦੀ ਹੈ ਮਾਤਾ, ਖੌਰੇ ਪੁੱਤਰ ਵੀ ਮੇਰਾ ਪਿੱਛੇ ਹੋਵੇਗਾ। ਪਰ ਜਦੋਂ ਦੇਖਿਆ ਸਤਿਗੁਰੂ ਨਾਨਕ ਦੇਵ ਜੀ ਨਹੀਂ ਆਏ, ਮੇਰਾ ਨਾਨਕ ਨਹੀਂ ਦੇਖਦਾ ਕਿਤੇ। ਦੇਖਿਆ ਮਾਤਾ ਨੇ ਫਿਰ ਤਾਂ ਧੀਰਜ ਸਿੱਖਤਾ ਸੇਤ ਨਸਾਹਾ। ਜਦੋਂ ਦੇਖਿਆ ਕਿ ਇਕੱਲਾ ਮਰਦਾਨਾ ਹੀ ਆਇਆ ਹੈ, ਮੇਰਾ ਨਾਨਕ ਪੁੱਤ ਨਹੀਂ ਆਇਆ, ਦੇਖ ਕੇ ਤਾਂ ਮਾਤਾ ਦੀਆਂ ਹੋਰ ਭੁੱਬਾਂ ਨਿਕਲ ਗਈਆਂ ਨੇ, ਹੋਰ ਜ਼ਿਆਦਾ ਖਿੱਚ ਪਈ ਹੈ, ਕਿੱਥੇ ਹੈ ਮੇਰਾ ਪੁੱਤ। ਇਹ ਮਨ ਵਿੱਚ ਆ ਰਿਹਾ, ਬਾਤ ਜੋ ਤਿਨ ਸਬਦੀਓ ਰੁੜਾਈ। ਸਮਝ ਲਓ ਜਿਵੇਂ ਕਹਿੰਦੇ ਹੈ ਕਿ ਚੱਲਦਾ ਵਹਾਅ ਹੋਏ ਤੇ ਮੰਨ ਲਓ ਸਾਰੇ ਪੁੱਲ ਤੋੜ ਕੇ ਲੈ ਗਿਆ ਹੈ। ਇਹਦਾ ਮਾਤਾ ਤ੍ਰਿਪਤਾ ਨੇ ਇੰਨਾ ਜ਼ਿਆਦਾ ਪੁੱਤ ਦਾ ਸਨੇਹ ਕੀਤਾ ਹੈ ਕਿ ਮੰਨ ਲਓ ਸਾਰੇ ਹੁਣ ਹੌਸਲੇ, ਧੀਰਜ ਸਭ ਖਤਮ ਹੋ ਗਏ। ਹੁਣ ਰਿਹਾ ਨਹੀਂ ਜਾਂਦਾ ਹੈ। ਅੱਗੇ ਆਸ ਸੀ ਪੁੱਤ ਘਰੇ ਆਵੇਗਾ, ਹੁਣ ਆਸਾਂ ਖਤਮ ਹੋ ਗਈਆਂ ਨੇ। ਮਰਦਾਨੇ ਨੂੰ ਦੇਖ ਕੇ ਮਨ ਵਿੱਚ ਆ ਰਿਹਾ ਹੈ, ਮੇਰਾ ਪੁੱਤ ਕਿੱਥੇ ਹੈ? ਦਿਸਦਾ ਨਹੀਂ, ਕਹਿਰ ਬਹੁਤ ਨਹਿ ਧੀਰ ਤਰਾਈ। ਮਰਦਾਨਾ ਕਹਿੰਦਾ ਹੈ ਮਾਤਾ ਜੀ ਚੁੱਪ ਕਰੋ, ਨਾ ਵੈਰਾਗ ਕਰੋ, ਨਾ ਰੋਵੋ। ਪਰ ਕੌਣ ਮਾਤਾ ਨੂੰ ਚੁੱਪ ਕਰਾਏ? ਮਾਂ ਦਾ ਆਪਣਾ ਪ੍ਰੇਮ ਹੁੰਦਾ ਹੈ ਪੁੱਤ ਨਾਲ, ਉਹਨੂੰ ਕੌਣ ਸ਼ਾਂਤ ਕਰਾ ਸਕਦਾ ਹੈ? ਮਾਤਾ ਮਨ ਵਿੱਚ ਬਹੁਤ ਜ਼ਿਆਦਾ ਵੈਰਾਗ ਕਰ ਰਹੀ ਹੈ, ਔਰ ਪਤਾ ਨਹੀਂ ਕੀ ਮਨ ਵਿੱਚ ਕਿਹੜੀਆਂ ਗਿਣਤੀਆਂ ਮਿੱਤੀਆਂ ਹੁੰਦੀਆਂ ਹੋਣਗੀਆਂ। ਇਹ ਸ਼ਾਇਦ ਮਾਤਾ ਹੀ ਜਾਣਦੇ ਹੋਣ ਕਿਹੋ ਜਿਹੀ ਹਾਲਤ ਗੁਜ਼ਰੀ ਹੋਵੇਗੀ। ਕਹਿਣ ਲੱਗੇ ਮਾਤਾ ਹੌਸਲਾ ਨਹੀਂ ਕਰਦੇ ਪਏ। ਸ਼੍ਰੀ ਨਾਨਕ ਕੋ ਭਾਵ ਰਾਗਾ। ਪੁੱਤ ਦਾ ਚਿਹਰਾ ਸਾਹਮਣੇ ਆ ਰਿਹਾ ਹੈ, ਕਿਉਂਕਿ 1-2 ਦਿਨ ਤੇ ਬੰਦਾ ਕੱਢ ਜਾਂਦਾ ਹੈ, ਕਈ ਸਾਲ ਹੋ ਗਏ ਪੁੱਤ ਦੇਖਿਆ ਨਹੀਂ ਹੈ। ਔਰ ਇਕਲੌਤਾ ਪੁੱਤਰ, ਕੱਲਾ ਪੁੱਤ ਹੋਏ, ਉਹ ਵੀ ਸਾਧ ਬਣ ਜਾਏ, ਫਕੀਰ ਹੋ ਜਾਏ, ਮਾਂ ਦੀ ਕੀ ਹਾਲਤ ਹੋਏਗੀ ਆਪ ਅੰਦਾਜ਼ਾ ਲਗਾ ਸਕਦੇ ਹੋ। ਮਾਤਾ ਦੇ ਮਨ ਵਿੱਚ ਇੰਨਾ ਜ਼ਿਆਦਾ ਵੈਰਾਗ ਆ ਰਿਹਾ ਹੈ, ਸਹਾਰਿਆ ਨਹੀਂ ਜਾ ਰਿਹਾ ਹੈ। ਮਰਦਾਨੇ ਨੂੰ ਦੇਖਦੀ ਹੈ, ਮਰਦਾਨੇ ਵਿੱਚ ਹੀ ਸਤਿਗੁਰਾਂ ਨੂੰ ਦੇਖ ਰਹੇ ਨੇ। ਕੀਨੋ ਜਨਨੀ ਬਹੁ ਵੈਰਾਗਾ। ਮਾਤਾ ਨੇ ਬਹੁਤਾ ਜ਼ਿਆਦਾ ਵੈਰਾਗ ਕੀਤਾ। ਕੇਤਕ ਦੇਰ ਨਾ ਧੀਰਜ ਧਰ ਕੇ। ਸਮਝ ਲਓ ਪਹਿਲਾਂ ਤੇ ਬੋਲਣੀ ਜਿਹੜੀ ਆਪਣੀ ਬੋਲ ਹੈ ਨਾ, ਉਹ ਵੀ ਰਹਿ ਗਏ ਨੇ। ਜਦੋਂ ਮਨੁੱਖ ਬਹੁਤਾ ਦੁਖੀ ਹੋ ਜਾਏ ਨਾ, ਮੂੰਹ ਵਿੱਚੋਂ ਲਫ਼ਜ਼ ਵੀ ਨਹੀਂ ਨਿਕਲਦਾ ਹੈ, ਗਲਾ ਭਰ ਜਾਂਦਾ ਹੈ, ਲਫ਼ਜ਼ ਬਾਹਰ ਨਿਕਲਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਮਾਤਾ ਬਹੁਤਾ ਸਮਾਂ ਤਾਂ ਪਹਿਲਾਂ ਬੋਲ ਹੀ ਨਾ ਸਕੇ ਹੈ। ਮਰਦਾਨੇ ਨੂੰ ਦੇਖ ਕੇ ਇੱਕਦਮ ਜਿਵੇਂ ਜ਼ੁਬਾਨ ਨੂੰ ਲੋਕ ਲੱਗ ਜਾਂਦਾ ਹੈ ਨਾ, ਜ਼ੁਬਾਨ ਬੋਲਣੋਂ ਹਟ ਗਈ ਹੈ। ਔਰ ਦੇਖੀ ਜਾ ਰਹੇ ਨੇ
आसे पासे देखते ने, खौरे होण आएगा मेरा पुत्र, शायद पिछे आउंदा होएगा। हुण वेख्या है एक घड़ी लंघ गई है, नानक नहीं आया है, हुण तां होर ज़्यादा दुख बढ़दा जा रहा। केतक बूझन लगी सो बचन उचर कै, मर्दाने नूं पुछण लगी, हुण हौसला जा करके आप दे आप नूं दिलासा दे के माता जी पुछदे, सुत नानक की खबर सुनावहु। ऐ पुत मर्दाने मेरा नानक कित्थे है, ओहदी भी खबर सुना, वो ठीक ठाक है कित्थे है। हुण सतगुरु जी का हुक्मां दा बज्झा मर्दाना की दसे, क्योंकि सतगुरु जी ने कहा सी मेरे बारे ना दसी मैं आया हाँ। देख लो सतगुरु जी का किड्डा वड्डा जेरा होएगा। इन्ने चिर बाद आए फिर भी रत्ता मात्र मोह नहीं है सतगुरां दे मन विच। माता जी पुछदी है, ऐ मर्दाने मेरा नानक कित्थे, तजियो थान के मोहे बतावो। उन्होंने किहड़ी जगह ते छड्ड के आया है, कि बाहर है जां किते होर पिंड विच गया होया है, किसे नूं मिलण वास्ते गया होया है। दस दे मैनूं हुण तूं मेरा पुੱਤ कित्थे आओ, तू दस दे एक बार। जब को निकसे घर तुम, जब को निकसे तुम घर माही। सतगुरु जी नूं प्रथाए माता जी कह रहे हैं, कह लगे जदों तो गए उन्हां घर तुसीं सुनिया होएगा, जिस वक्त बाबा कालू जी निराश ने पुੱਤਰ ਤੋਂ कि जिहड़ा घर विच धन आउंदा है, जो कुछ आउंदा है सारा रुढ़ाई जाता है, सारा लोगों को देई जाता है। मां ने कहना कि कोई गल नहीं, इकलौता पुੱਤਰ है, कुछ नहीं हुंदा, इहदे करके सारा कुछ करते हैं, करन तो मर्जी अपनी। पर बाप ते बाप है ना, बाप की इच्छा हुंदी है जिन्ना मैं कमाया उस तो चौगुना मेरा पुੱਤ कमाए। पर सतगुरु जी कुछ होर विचार है, कुछ होर विचारधारा सतगुरां दे विच है। तो सतगुरु जी नूं वार वार बाबा कालू ने क्या करना, निकल जा मेरे घरों, मेरे मत्थे ना लग, कई बारी कहना, क्योंकि बाप गुस्से में कह देंगे हैं। सतगुरु कह लगे सत बचन चले जावांगा, इदा कह दिया करना। एक दिन तो हद हो गई जदों सतगुरु जी सच्चा सौदा करके लियाए सी। उस तो बाद बाप ने इन्ना झिड़किया, तो फिर सतगुरु जी राय बलाम दे कोल गए सी, ते राय बलाम ने आख्या सी भी तू हुण इत्थों चले जा, तेरे बाप का गुस्सा भैड़ा है, तू आपकी भैन कोल चले जा। उत्थे सतगुरु माता नानकी दे कोल रहे है कुछ समा, तो फिर उस तो बाद किते आए ही ना। माता ने कई बार कहा कि पुੱਤ एक बार गेड़ा मार जा पिंड, पर हुण सतगुरु अपनी रमज के मालिक है, कौन उन्होंने कह सकता है, आए ही ना। हुण माता कहती कदों के घरों निकले हो, किते एक बार भी दर्शन नहीं दिते है, किते परछावां भी ना देखिया मैं अपने नानक दा। दस दे हुण कित्थे है मेरा पुੱਤ, तब की सुध आई कब नाही। देख लै मरदानिया कितना समा हो गया, अज 10-12 साल हो गए है, कोई खबर नहीं आई तुहाडी कि वो ठीक ठाक है, सही सलामत है, मैनू नहीं पता। हुणे दस मेरा पुੱਤ कित्थे है। मम सुत सब तन कै कर बारा, और मैनू बड़ा दुख हुंदा है, मेरा कल्ला कल्ला पुੱਤ सारा घर बार छड्ड के इन्ना ज़्यादा धन पदार्थ त्याग के भाव फकीर क्या विचारा। मैं अभागी हाँ, मेरा पुੱਤਰ फकीर बन गया, मैनू छड्ड गया, मैनू त्याग के चला गया, मेरे बारे सोचा ही ना उन्हें। मैं वाहिगुरू अगे बेनतियां करती हाँ, मेरा पुੱਤ मोड़ दे मैनू। माँ का अपना हिसाब हुंदा है, सुभाव हुंदा है, माँ को बर्दाश्त नहीं हुंदा है। विजोग पुੱਤਰ का कोई माँ बर्दाश्त नहीं कर सकती है। इस वास्ते भाई गुरदास जी ने कई उदाहरण दित्तियां ने माँ प्रथाए। तो कह लगे माता तृप्ता ने आख्या कि मेरा इकलौता पुੱਤਰ है, वो भी फकीर बन गया, जिस दिन करते और धन बिताऊं। ऐ मर्दाने की पुछदा है, मैं सारे दिन सारी रात रो रो के कढ़दी हाँ, किदन वो दिन चढ़े, किदन वो वेला आए, मैं आपके पुੱਤ ਨੂੰ आपकी गोद में बिठावां, वो वेला नहीं आ रहा है, वो समा नहीं आ रहा है। कि वाहिगुरू की लीला है, कि हुक्म है उस करतार का, मैं नहीं समझ सकती हाँ, पर मेरा पुੱਤ तो बगैर गुजारा नहीं है।
ਜਿਵੇਂ ਕਿਵੇਂ ਹੈ ਦੱਸ ਦੇ, ਕਿੱਥੇ ਹੈ ਮਰਦਾਨਿਆ ਮੇਰਾ ਪੁੱਤ, ਕਰ ਉਰ ਯਾਦ ਬੈਠ ਪਛਤਾਉ। ਮੈਂ ਉਸ ਵੇਲੇ ਨੂੰ, ਉਹ ਘੜੀ ਨੂੰ ਯਾਦ ਕਰ ਕਰਕੇ ਪਛਤਾਉਂਦੀ ਹਾਂ ਜਿਸ ਵੇਲੇ ਮੇਰਾ ਪੁੱਤ ਘਰੋਂ ਵਿਦਾ ਹੋਇਆ ਸੀ। ਮੈਂ ਉਦੋਂ ਮਨ ਹੱਟ ਕਰਕੇ ਰੋਕ ਲੈਂਦੀ, ਮੈਂ ਜੱਦੋ ਜਹਿਦ ਕਰਕੇ ਰੋਕ ਲੈਂਦੀ, ਮੈਂ ਆਪਣੇ ਪਤੀ ਨਾਲ ਲੜ ਕੇ ਵੀ ਕਿਉਂ ਨਾ ਰੋਕ ਲੈਂਦੀ, ਮੈਂ ਕਿਉਂ ਜਾਣ ਦਿੱਤਾ। ਮੈਂ ਉਹ ਘੜੀ ਨੂੰ ਯਾਦ ਕਰ ਕਰਕੇ ਵਿਰਲਾਪ ਕਰਦੀ ਹਾਂ, ਮੈਂ ਕਿਉਂ ਆਪਦੇ ਪੁੱਤ ਨੂੰ ਭੁਲਾਇਆ। ਬਿਦਨਾ ਟਿਕ ਸੁਤ ਦੀਨ ਮੋਹੀ, ਉਹ ਕਰਦੇ ਵਾਹਿਗੁਰੂ ਨੇ ਇੱਕੋ ਇੱਕ ਤਾਂ ਮੈਨੂੰ ਪੁੱਤਰ ਦਿੱਤਾ ਸੀ। ਨਹਿ ਸਮੀਪ ਕਬ ਰਾਖਿਓ ਉਹੀ, ਕਦੋਂ ਤੋਂ ਦੇਖਦੇ ਪਏ ਹਾਂ ਨਾ ਤੇ ਉਹ ਇੱਥੇ ਕੁਝ ਸਮਾਂ ਰਿਹਾ ਹੈ, ਥੋੜ੍ਹਾ ਹੀ ਸਮਾਂ ਬਚਪਨ ਬਤੀਤ ਕੀਤਾ ਹੈ। ਅੱਜ ਕਿੰਨਾ ਸਮਾਂ ਹੋ ਗਿਆ, ਮੇਰਾ ਪੁੱਤ ਜਵਾਨ ਹੋ ਗਿਆ ਹੋਵੇਗਾ ਪਰ ਦਰਸ਼ਨ ਨਹੀਂ ਕੀਤੇ ਹੈ। ਮੈਂ ਦੇਖਿਆ ਹੀ ਨਾ ਪੁੱਤਰ ਨੂੰ, ਸਾਂਭ ਹੀ ਨਾ ਸਕੀ, ਉਹਦੀ ਸੇਵਾ ਹੀ ਨਾ ਕਰ ਸਕੀ। ਇਹ ਕਿਹੋ ਜਿਹਾ ਮੇਰਾ ਹਿਸਾਬ ਹੋ ਗਿਆ ਹੈ। ਮੈਂ ਵਾਹਿਗੁਰੂ ਨਾਲ ਕਿਹੋ ਜਿਹਾ ਵਿਗਾੜ ਪਾ ਲਿਆ ਜੋ ਪੁੱਤਰ ਦਾ ਵਿਜੋਗ ਸਹਾਰ ਰਹੀ ਹਾਂ। ਪਰ ਧੰਨ ਹੈ ਮਾਤਾ ਤ੍ਰਿਪਤਾ ਜਿਨ੍ਹਾਂ ਨੇ ਐਸੇ ਸੂਰਬੀਰ ਸਤਿਗੁਰੂ ਮਹਾਰਾਜ ਨੂੰ ਆਪਦੀ ਕੁੱਖ 'ਚੋਂ ਜਨਮ ਦਿੱਤਾ ਹੈ। ਪਰ ਇਹ ਸਤਿਗੁਰਾਂ ਦੀ ਲੀਲਾ ਹੈ, ਕੁਛ ਜਾਣ ਬੁੱਝ ਕੇ ਇਹ ਮਾਤਾ ਦੇ ਪਹਿਲੇ ਮਨ ਵਿੱਚ ਮੋਹ ਪਾਇਆ ਹੈ, ਕਿਉਂਕਿ ਰੀਤੀ ਵੀ ਸਾਰੀ ਨਿਭਾਉਣੀ ਹੈ। ਸੰਸਾਰ ਦੀ ਰਹੁ ਰੀਤੀ ਵੀ ਆਪਾਂ ਤਿਆਗਣੀ ਨਹੀਂ ਹੈ, ਉਹ ਵੀ ਨਾਲ ਨਿਭਾਉਣੀ ਹੈ। ਫਿਰ ਵਾਹਿਗੁਰੂ ਨੂੰ ਯਾਦ ਕਰਨਾ, ਇਹ ਸਤਿਗੁਰਾਂ ਦਾ ਵਿਖੜਾ ਪੈਂਦਾ ਕੌਣ ਸਹਾਰ ਸਕੇ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਿੱਖ ਬਣਨਾ ਅਸੀਂ ਭਾਗਾਂ ਵਾਲੇ ਹਾਂ ਜੇ ਸਤਿਗੁਰਾਂ ਦੀ ਸਾਨੂੰ ਸਿੱਖੀ ਮਿਲ ਜਾਏ, ਕਿਉਂਕਿ ਸਤਿਗੁਰਾਂ ਨੇ ਕਿਹਾ ਘਰ ਵੀ ਨਹੀਂ ਅਸੀਂ ਤਿਆਗਣਾ ਹੈ। ਔਰ ਇਹ ਸਾਰਾ ਕੁਝ ਸਤਿਗੁਰਾਂ ਨੇ ਆਪ ਕਰਕੇ ਸਾਨੂੰ ਦੱਸਿਆ ਹੈ। ਜਿੰਨੇ ਦੁੱਖ ਇੱਕ ਨੇ ਸਹਾਰਨੇ ਹੈ, ਜਿੰਨੇ ਸਾਰੇ ਸਿੱਖਾਂ ਨੇ ਦੁੱਖ ਸਹਾਰਨੇ, ਉਹ ਸਤਿਗੁਰਾਂ ਇਕੱਲਿਆਂ ਨੇ ਸਹਾਰ ਲਏ ਹੈ ਸਿੱਖਾਂ ਨੂੰ ਪੂਰਨੇ ਪਾਉਣ ਵਾਸਤੇ। ਤਾਂ ਹੀ ਭਾਈ ਗੁਰਦਾਸ ਜੀ ਨੇ ਕਿਹਾ ਹੈ ਨਾ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਛੇਜ ਵਿਛਾਈ। ਸਤਿਗੁਰੂ ਜੀ ਨੇ ਆਪ ਅੱਕ ਦਾ ਆਹਾਰ ਕਰਨਾ, ਰੇਤਾ ਤੇ ਗਰਮ ਰੇਤਾ ਤੇ ਉੱਥੇ ਸੇਜਾ ਵਿਛਾ ਲਿਆ ਕਰਨੀ, ਉੱਥੇ ਆਰਾਮ ਕਰਨਾ। ਕਿਤਨੇ ਦੁੱਖ ਸਹਾਰੇ ਸਿਰਫ ਸਿੱਖਾਂ ਵਾਸਤੇ ਕਿ ਜਿਹੜੇ ਸਾਡੇ ਇਸ ਉਪਦੇਸ਼ ਨੂੰ ਧਾਰਨਗੇ ਉਹਨਾਂ ਨੂੰ ਇੰਨੇ ਦੁੱਖ ਨਾ ਆਉਣ, ਉਹਨਾਂ ਦੇ ਦੁੱਖ ਆਪ ਲੈ ਰਹੇ ਆ। ਇੱਦਾਂ ਸਤਿਗੁਰੂ ਜੀ ਬਾਰੇ ਮਾਤਾ ਪੁੱਛਦੀ, ਬਿਦਨ ਦੋਹਰਾ ਕਾਲੂ ਕੇ ਤਬ ਅਜ ਮਹਿ ਪੁੰਜ ਭਏ ਨਰ ਆਏ। ਇਹਨਾਂ ਕਹਿੰਦਿਆਂ ਹੋਇਆਂ ਬੜੇ ਲੋਕ ਆ ਗਏ, ਕਿਉਂਕਿ ਪਟਵਾਰੀ ਸਨ ਬਾਬਾ ਕਾਲੂ ਜੀ। ਦੁਨੀਆ ਵਿੱਚ ਬੜੀ ਪ੍ਰਭਤਾ ਸੀ, ਲੋਕ ਮੰਨਦੇ ਸਨ ਇਹਨੂੰ, ਤੇ ਸਾਰੇ ਲੋਕ ਜਿਹੜੇ ਮੰਨੇ ਪਰ ਮੰਨੇ ਸੀ, ਕਹਿੰਦੇ ਕਹਾਉਂਦੇ, ਉਹ ਸਾਰੇ ਬਾਬਾ ਕਾਲੂ ਜੀ ਦੇ ਘਰ ਆ ਗਏ। ਸੁਣ ਕਰ ਮਾਤਾ ਕੇ ਬਚਨ ਮਰਦਾਨਾ ਤਬ ਗਾਏ। ਸੁਣ ਕੇ ਨਾ ਮਾਤਾ ਦੇ ਬਚਨ, ਕਿਉਂਕਿ ਮਾਤਾ ਪੁੱਛ ਰਹੇ ਨੇ ਤੇ ਮਰਦਾਨਾ ਹਰੇ ਚੁੱਪ ਹੈ, ਸ਼ਾਂਤ ਹੈ, ਕਿਉਂਕਿ ਬੋਲੇ ਕੀ ਹੁਣ ਝੂਠ ਬੋਲਣ ਲੱਗਿਆ ਵੀ ਡਰ ਆਉਂਦਾ ਹੈ। ਇੱਕ ਬੰਨੇ ਸਤਿਗੁਰਾਂ ਦਾ ਬਚਨ ਅੱਗੇ ਬੰਦ ਪਾ ਕੇ ਰੱਖ ਰਿਹਾ ਹੈ, ਦੂਸਰੇ ਬੰਨੇ ਜਗਤ ਗੁਰੂ ਦੀ ਮਾਤਾ ਹੈ, ਕੀ ਝੂਠ ਬੋਲਣਾ, ਚਿੱਤ ਦਹਿਲਾਉਂਦਾ ਹੈ। ਮਰਦਾਨਾ ਜੀ ਮਨ ਵਿੱਚ ਵਿਚਾਰ ਕਰਦੇ ਆ, ਮਾਤਾ ਤੇ ਪਹਿਲੇ ਬੜੇ ਦੁਖੀ ਹੈ, ਮੈਂ ਹੋਰ ਬਲਦੀ ਹੋਈ ਅੱਗ ਤੇ ਕਿਉਂ ਤੇਲ ਪਾਵਾਂ, ਕਿਉਂ ਇਹਨਾਂ ਨੂੰ ਹੋਰ ਦੁਖੀ ਕਰਾਂ, ਪਰ ਮਜਬੂਰ ਹੈ ਸਤਿਗੁਰਾਂ ਦੇ ਹੁਕਮ ਦੇ ਬੱਚੇ। ਫਿਰ ਮਰਦਾਨਾ ਨੇ ਆਖਿਆ, ਜਾਓ ਭਈ ਜਦ ਸੁਲਤਾਨਪੁਰੇ ਹਮੇ ਆਏ। ਜਦੋਂ ਅਸੀਂ ਸੁਲਤਾਨਪੁਰ ਹੁੰਦੇ ਸੀ ਨਾ, ਜਿਸ ਵੇਲੇ ਸਤਿਗੁਰੂ ਜੀ ਮੋਦੀ ਖਾਨੇ ਦੀ ਕਾਰ ਕਰਦੇ ਸੀ, 13 ਕਰਕੇ ਤੋਲਦੇ ਸੀ, ਤੁਹਾਨੂੰ ਸ਼ਾਇਦ ਪਤਾ ਹੋਏ, ਮੈਨੂੰ ਵੀ ਨਾਲ ਲੈ ਕੇ ਗਏ ਸੀ। ਉਸ ਤੋਂ ਬਾਅਦ ਤਬ ਸ਼੍ਰੀ ਨਾਨਕ ਕੇ ਸੰਗ ਰਹੇ, ਉਦੋਂ ਮੈਂ ਉਹਨਾਂ ਨਾਲ ਸੀ। ਜਦੋਂ ਉਹਨਾਂ ਦਾ ਵਿਵਾਹ ਹੋ ਗਿਆ, ਸ਼ਾਦੀ ਹੋਈ, ਉਦੋਂ ਵੀ ਮੈਂ ਕੁਝ ਸਮਾਂ ਨਾ ਰਿਹਾ। ਪੁੰਨ ਸ਼ੁੱਧ ਲਹਿ ਤੇ ਬਚਾਤੀ। ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਕਿੱਥੇ ਗਏ, ਕਿਹਨੂੰ ਦੱਸ ਕੇ ਗਏ, ਕਿਹੜੇ ਰਸਤੇ ਗਏ, ਮੈਨੂੰ ਕੁਛ ਨਹੀਂ ਪਤਾ ਹੈ। ਸਾਫ ਮੁਕਰਨਾ ਸੁਭਾਵਿਕ ਹੈ ਮਰਦਾਨੇ ਦਾ, ਕਿਉਂਕਿ ਜੇ ਨਾ ਮੁਕਰਨ ਤੇ ਸਤਿਗੁਰਾਂ ਦਾ ਅੱਗੇ ਵਚਨ ਹੈ। ਮਾਤਾ ਨੂੰ ਤੇ ਝੂਠ ਬੋਲ ਸਕਦੇ ਹੈ, ਪਰ ਗੁਰੂ ਦਾ ਵਚਨ ਜੇ ਤੋੜਿਆ ਬੜਾ ਦੁੱਖ ਸਹਾਰਨਾ ਪਏਗਾ। ਗੁਰੂ ਤੋਂ ਬੇਮੁਖ ਨਹੀਂ ਸੀ ਹੋਣਾ। ਮਰਦਾਨਾ ਜੀ ਨੇ ਕਹਿ ਦਿੱਤਾ, ਸਾਫ ਮੈਨੂੰ ਨਹੀਂ ਪਤਾ ਹੈ, ਮੈਂ ਨਹੀਂ ਜਾਣਦਾ ਹਾਂ। ਜਦੋਂ ਸੁਲਤਾਨਪੁਰ ਲੋਧੀ ਸੀ, ਉਦੋਂ ਕੁਝ ਸਮਾਂ ਨਾ ਰਿਹਾ ਸੀ,
उस तो बाद कित को गयो न जान्यो जाति। लोग सारे पुछदे सी ऐ मरदाने तेरे साथी सतगुरु नानक कित्थे गए है, ते मैनू पता ही नहीं सी। मैं क्या मैनू नहीं पता है। सारे लोग पुछदे सी मैनू जिवें तुसीं पुछदे हो ना, इन्ना सतगुरु नानक देव जी का विजोग बड़ियां संगतां करदियां सी, पर मैं साफ कह दिता सी मैनू पता ही नहीं, मैं की दस सकदा हाँ। इदा कह के मरदाने ने साफ मना ही कर दिता। सुन माता और बहु अकुलाई। हुण ते माता दे कोल दुख होर ज़्यादा बढ़ गया है। एक आस हुंदी है, मनुख आस दे सिर ते आपदा जीवन सारा लंघा दिंदा है। हुण आस भी खत्म हो गई, हुण ते कोई पुत्र दे मिलने की आस भी नहीं रही है। सोचदी है माता, एक तो पहले सोचा सी मरदाने ने किधरे उन्होंने खिलारिया होगा, किते टिकाया होगा, हुण ते इन्हें भी झूठ बोल दिता है जां इन्हें इस तरह कह दिता। हुण माता को भरोसा नहीं आ रहा है। माता भी फिर माता ही है ना, पुत सामने आ जाए या दूर होए, पुत की आहट मां नूं जरूर सुन जाती है। हुण पता है माता नूं कुछ ना कुछ अंदर वो जिहड़ियां तरंगां ने सतगुरां दियां जरूर छिड़ रहीआं ने माता दियां। यह भी लगता पिया कि पुत दूर नहीं किते होगा, नेड़े होगा किते, पर यह भी दुख है कि मैनू मिल नहीं आया है, कि मेरे पुत नूं मैनू मिलण की चाहना ना होई। इदां होए माता दे मन विच बहुता दुख होया। जन बिरड़ पाके पावक लाई। जिवें कह लगे मनुख दे छोटे छोटे बच्चों के जिवें लत्तां ते हत्थां ते फोड़े हो जाते सी, हुण तां थोड़े घट गए है। वैसे जिवें जख्म नूं आ सेक लईए ना तो होर ज़्यादा पीड़ा हुंदी है, होर दुख लगता है। हुण माता का हिसाब जो ही हो गया है। एक तो पहला माँ पुत तो विछड़े है, हुण यह गल पता लगी कि पुत का अता पता कुछ नहीं है, पता नहीं कित्थे है। यह सुन के माता होर दुखी हो गए। बोल न आवा बिकल तन होई। माता जिवें किसी नूं चक्कर आ जाते हैं ना, ये माता नूं हुण कुछ नहीं सुझदा पिया है। हनेर जिहा अखां अगे आ रहा है, पुत का विजोग नहीं सहारिया जाता, बड़े कठिन हुंदे है बिखड़े पैंदे। माता बहुत ज़्यादा विजोग विच अपने आप नूं आतुरता विच लै गए। जन सुख देह मैं पर कै सोई। मान लो कह लगे जिवें पुत के विजोग विच बेहोश ही हो गए है, माता मूर्छित ही हो गए है, हुण होश नहीं करते है। मरदाने ने कई बार आखे माता जी होश करो, कुछ नहीं होया है, आपे आ जाएंगे सतगुरु, पर माता नहीं सहारते है दुख। कहते नहीं नहीं हुण मैनू आस नहीं हैगी है, मेरा पुत हुण मैनू नहीं मिलेगा। और बार बार कहते हुए नेत्रां विचों जल वही जाता है, वही जा रहा है, दुख नहीं सहया जाता। एक तो वृद्धहीन बंदे। देखो एक तो माता का शरीर वृद्ध है, बुढ़ेपे विच है शरीर। एक तो हम शरीर जिहड़ा है हुण दुख विच है, क्योंकि बुढ़े माँ बाप नूं पुत्रां दा आसरा होया करता है। एक तो हम शरीर वृद्ध है, दूसरा पुन ना पाए सुध तात स्नेही। दूसरा माँ ने पुत का प्रेम पाया ही ना, पुत सदा ही घर तो बाहर रहा। कितना साल हो गए, करीबन 14-15 साल ते सतगुरु जी सुल्तानपुर रोधी ही रहे सी। समझ लो माता जी ते सिर्फ तलवंडी वेखे इकल्ले रहा करते सी। कुछ 2-4 साल 5-6 साल रहे होंगे नाल महाराज जी, पर उस तो बाद कोई ज़्यादा मेल ना हो सकिया। हुण शरीर विरध है, उत्तों पुत का विजोग खपा रहा है। कह लगे माता को दुख नहीं सहारिया जाता। जानत होती संग मरदाना। माता जानती है कि ये मरदाने के नाल ही गया सी, मरदाना जरूर कुछ मेरे को लुका रहा है। जिन अज दुख का वचन बखाना। पर की हो गया मरदाने नूं? वार वार माता जी मरदाने नूं पुछदी है खिलार के, दस मेरा पुत कित्थे है, क्यों झूठ बोलदा है। थोड़ा गुस्से नाल भी माता बोल रही है, पर की दसे मरदाना बचन का बंझा हो गया, नहीं दसदा कुछ। ज्यों सुख तंग मरन जे भेदा। कह लगे जिवें तीर जिहड़ा है सो जख्म नूं विन के रख दिंदा है। सो जिवें तीर जिथे मारिए उत्थे दुखी जे दुख सानूं दे दिंदा है,
इदा माता मरदाने के बोल सिखा नहीं रहे है। माता ऐ सोचती जिवें सुपना देख रहे हैं। इदा किवें हो सकता है, मरदाने के नाल ही तो गया सी मेरा पुत्र, इदा तो हो नहीं सकता है भी इनू छड्ड के किते होर चले जाए कला। जे इनू कल्ले नूं छड्ड के जाना सी फिर इनू नाल क्यों लैके गया, गल विच कुछ होर, जरूर कोई गल होर है। माता भी सियाणी है, समझदी है गल नूं, और माँ बच्चे को अच्छी तरह समझती है। बच्चा भावें माँ के कोलों कुछ छुपा भी ले, पर माँ उहदे नालों ज़्यादा अनुभव रखती है, क्योंकि उन्होंने पालिया है, उहदी प्रतिपालना की है, उहदा पालन पोषण किया है, उहदी हर एक हरकत नूं आहट नूं माता समझती है। यह भी देखती है मरदाना कुछ झूठ बोलता है, सच नहीं बोलता। मेरे ताई पगन परी बिथरन होए अत खेता, इदा कह लगे माता जी बेरंग हो गए ने, चेहरे पे हुण बहुत ज़्यादा कह दईए गिलानी छा गई है। वैराग नाल चित्त विचों सारे दुख जेड़े सुख ने सारे बलीन हो गए ने, हुण तो दुख ही दुख लगता है। इंज सोचते हैं जड़ी एक आस सी, अज आस दे भी पानी फिर गया। कितक बार मैं पुन सुध आई, कुछ समय बाद माता ने थोड़ी होश की है। तुसीं देखना मनुख नूं जे दुख भी आउंदा है वो कुछ समय वास्ते आउंदा है, समय बाद उहदा दुख का खत्म होना सुभाविक है। दुख की जे कहिए सीमा यह असीम नहीं है, कुछ समय वास्ते आउंदा है दुख। जे सुख आउंदा है ये भी असीम नहीं है, कुछ समय वास्ते सुख आउंदा है। माता ने पहले तो अपने आप में बहुत ही डुला लिया, हम थोड़ा जेरा किया है, हौसला किया है। कुल सुधी आई फिर लोचन ते आसन जल पाई, पर नेत्र हले भी गिले है माता के, नेत्र हले भी वैराग नाल भिजे हुए ने। चतुर घटी बैठे हो मरदाना, 4 घड़ियां देख लो मरदाना बैठा है महाराज जी के घरे। 4 घड़ियां करीबन 1.5 घंटा मरदाना जी घर बैठे, तो एक भी कोई सुराख नहीं दिता है महाराज का। एक बारी भी ये नहीं कह दिता कि मेरे नाल है महाराज, इन्ने पक्के हुए है महाराज ना रह के। पता है कि जे मैं थोड़ा जा भी दसिया है तो सतगुरु ने मैनू नहीं छड्डना है, मेरा जरूर बुरा हाल करनगे। डर दे मारे मरदाने ने कुछ भी ना बोलिया है, कुछ बके ही ना। पुन लोचन पुन उठ चलियो प्रभु जे थाना, फिर कह लगा ठीक है माता जी मैं चलदा हाँ। हुण माता भी तो फिर गुरु नानक साहब भी है, इन्हां ते फिर माता का भी अंतरजामता होनी सुभाविक है। मरदाने ने कहा ठीक है माता फिर मैं चलदा हाँ, फिर करना तुहाडे दर्शन। माता चुप कर गए ने। इन्हां तब तृप्ता और धीरज घर कै, माता जी ने कहता ठीक है चले जा पुत, कोई नहीं फिर आ जाए। इन्हां हौसला करके इनू तोड़ दिता इस बिलोक और रही विचर कै। हुण माता ने देखा है कि देखा तो सही ये जाता किधर है, क्योंकि हुण माता ने कहा ठीक है तू चले जा। मरदाना अपनी मस्त मलाने चाल में चलते जा रहे, घरों बाहर निकल गए है। माता के मन में कुछ गल्लां आईयां ने, विचारां आईयां। तब तृप्ता वहर चले उठ दूरन जहमा, जदों जिधर खूह ते सतगुरु नानक देव जी बैठे ने, उस खूह वाल नूं मरदाना जी जा रहे ने, ते पिछे होए आत्मज मेरो तहमा। माता जानती है कि ये जिहड़ा अज खूह वाल नूं जांदा है कुछ खैर नहीं है, जरूर इधर कुछ ना कुछ है, नहीं तो इन्हें घर जाना सी अपने। बाहर की करन जा रहा है, अगे तो कभी पहला इत्थे जांदा नहीं सी बाहर, ये अपने परिवार वाल ते खौरे गया नहीं होवेगा, बाहर की करन जा रहा है। माता के मन में विचार आ रही ने, एक विचार आउंदी दूसरी आ जाती है, तीसरी आ जाती है। इदा विचारों का एक विशाल ढांचा माता के हिरदे विच घर करता जा रहा है। माता सोचती है ये बाहर जाता है मैं इहदा पिछा करा, देखा तो सही ये जाता किधर है। बहुत दिन बीत आयो घर माही, कह लगे बड़ा समा हो गया, चलो जे मेरा पुत्र नहीं आया तो ये भी तो अज ही आया है ना, ये किहड़ा पहले किते इत्थे आया है। गल विच कुछ है, रमझ है कोई गल विच, ये दसदा नहीं सच। जरूर मेरे पुत्र ने
ਇਹਨੂੰ ਰੋਕਿਆ ਹੋਵੇਗਾ। ਮਾਤਾ ਸੋਚਦੀ ਬਾਸ ਰਹਿਓ ਇੱਕ ਵੀ ਨਹੀਂ। ਮਾਤਾ ਸੋਚਦੀ ਹੈ ਕਿ ਜੇ ਮੰਨ ਲਓ ਮੇਰਾ ਪੁੱਤਰ 10-12 ਸਾਲ ਘਰ ਨਹੀਂ ਆਇਆ, ਇਹ ਵੀ ਤਾਂ 10-12 ਸਾਲ ਨਹੀਂ ਘਰ ਆਇਆ ਹੈ, ਤੇ ਫਿਰ ਇਹਦਾ ਤੇ ਇੱਥੇ ਆਪਣੇ ਘਰ ਕੁਝ 1-2 ਦਿਨ ਤੇ ਰਹਿਣਾ ਬਣਦਾ ਸੀ। ਬੰਦਾ ਜਦੋਂ ਕੋਈ ਕਿਤੋਂ ਆਉਂਦਾ ਹੈ ਦੂਰੋਂ, ਫਿਰ ਪਰਿਵਾਰ ਨਾਲ ਜਦੋਂ ਮਿਲਦਾ ਹੈ ਕੋਈ 2-4 ਦਿਨ, ਕੋਈ ਮਹੀਨਾ ਤੇ ਰਹਿੰਦਾ ਹੀ ਹੈ। ਮਾਤਾ ਸੋਚਦੇ ਨੇ ਕਿ ਜੇ ਇਹ ਪਰਿਵਾਰ ਨੂੰ ਹੀ ਮਿਲਣ ਵਾਸਤੇ ਆਇਆ ਹੈ, ਫਿਰ ਬਾਹਰ ਕੀ ਇਹਦਾ ਕੰਮ ਹੈ? ਬਾਹਰ ਤੇ ਨਹੀਂ ਜਾਣਾ ਚਾਹੀਦਾ ਇਹਨੂੰ। ਇਹਦਾ ਦੋਹਰਾ ਇਸ ਬਿਦ ਜਨਮੀ ਮਨ ਗੁਣਤ ਮਧੁਰ ਅਸੁਰ ਵੇ ਓਲ। ਦੇਖ ਲਓ ਮਾਤਾ ਦਾ ਪ੍ਰੇਮ, ਭਾਵਨਾ ਹੈ ਨਾ, ਫਿਰ ਸ਼ਰਧਾ ਹੈ, ਵਾਹਿਗੁਰੂ ਤੇ ਭਰੋਸਾ ਹੈ। ਮਾਤਾ ਨੇ ਕੀ ਕੀਤਾ ਹੈ, ਘਰੇ ਪੱਕਾ ਸੀ ਪ੍ਰਸ਼ਾਦਾ, ਤਾਜ਼ਾ ਸਵੇਰ ਦਾ ਸਮਾਂ ਸੀ, ਪ੍ਰਸ਼ਾਦਾ ਪੱਕਾ ਸੀ ਪਹਿਲੇ। ਉਹ ਪ੍ਰਸ਼ਾਦਾ ਮਾਤਾ ਨੇ ਕੀ ਕੀਤਾ ਹੈ, ਕੁਝ ਪੱਲੇ ਵਿੱਚ ਪ੍ਰਸ਼ਾਦੇ ਬੰਨ੍ਹ ਲਏ ਨੇ, ਕੁਝ ਜੋ ਉਸ ਵੇਲੇ ਪਕਵਾਨ ਬਣੇ ਹੋਣਗੇ, ਕੋਈ ਸਬਜ਼ੀ ਜਾਂ ਕੁਛ ਵੀ, ਉਹ ਨਾਲ ਮਾਤਾ ਨੇ ਲੈ ਲਿਆ ਹੈ। ਪਤਾ ਲੱਗ ਗਿਆ ਕਿ ਮੇਰਾ ਪੁੱਤ ਵੀ ਉੱਥੇ ਹੋਵੇਗਾ। ਇਹ ਗੱਲ ਤੇ ਮਾਤਾ ਨੇ ਸਮਝ ਲਈ ਹੈ। ਆਪ ਦੇ ਨਾਲ ਪ੍ਰਸ਼ਾਦਾ ਲੈ ਕੇ ਤੂਰਨ ਗਗਨੀ ਧਾਏ ਕਰ ਲੀਨੇ ਰੁਚਰ ਨਿਚੋਲ। ਫਿਰ ਮਾਤਾ ਨੇ ਹੋਰ ਵੀ ਕੀਤਾ ਹੈ, ਨਾਲ ਪ੍ਰਸ਼ਾਦੇ ਲੈ ਲਏ ਤੇ ਨਾਲ ਮਿੱਠੇ ਚੌਲ ਬਣਾ ਲਏ ਨੇ ਮਾਤਾ ਨੇ। ਪ੍ਰੇਮ ਹੈ ਨਾ ਪੁੱਤਰ ਨਾਲ। ਦੇਖੋ ਕਿਧਰੇ ਮਾਂ ਦਾ ਸੁਭਾਅ ਹੈ, ਕਈ ਵਾਰੀ ਦੇਖਿਆ ਹੈ, ਪੁੱਤ ਲੰਮੇ ਸਮੇਂ ਬਾਅਦ ਘਰ ਆਏ ਤੇ ਮਾਤਾ ਨੇ ਜ਼ਰੂਰ ਕੋਈ ਮਿੱਠੀ ਚੀਜ਼ ਖਵਾਉਣੀ ਹੈ। ਇਹ ਸੁਭਾਅ ਹੈ ਮਾਤਾ ਦਾ। ਪਤਾ ਹੈ ਕਿ ਪੁੱਤ ਮੇਰਾ ਇੱਥੇ ਹੋਵੇਗਾ, ਤੇ ਮਾਤਾ ਨੇ ਘਰੋਂ ਮਿੱਠੇ ਚੌਲ ਨਾਲ ਲੈ ਗਏ ਹੈ, ਨਾਲ ਪ੍ਰਸ਼ਾਦੇ ਬਣਾ ਲਏ ਨੇ। ਮਰਦਾਨੇ ਨੇ ਖਿਆਲ ਵੀ ਨਹੀਂ ਕੀਤਾ ਕਿ ਮਾਤਾ ਪਿੱਛੇ ਆਵੇਗੀ। ਇਹ ਮਰਦਾਨੇ ਨੇ ਮਨ ਵਿੱਚ ਸੋਚਿਆ ਵੀ ਨਾ ਹੋਵੇਗਾ, ਪਰ ਮਾਤਾ ਫਿਰ ਮਾਂ ਹੈ ਨਾ, ਫਿਰ ਮਾਂ ਤੇ ਮਾਂ ਹੀ ਹੈ। ਫਿਰ ਮਾਤਾ ਇਸ ਤਰ੍ਹਾਂ ਨਾਲ ਪਿੱਛੇ ਚੱਲ ਪਏ। ਚੌਪਈ ਮਿਲੀ ਗੈਲ ਮੈਂ ਜਹ ਮਰਦਾਨਾ ਜਦੋਂ ਬਿਲਕੁਲ ਬਿਨ ਸਾਹਮਣੇ ਚਲਾ ਗਿਆ ਨਾ ਚੰਦਰਭਾਨ ਜੀ ਦੇ ਖੂਹ ਤੇ, ਜਿੱਥੇ ਦੀਨ ਦੁਨੀਆ ਦੇ ਵਾਲੀ ਸਤਿਗੁਰੂ ਬਿਰਾਜਮਾਨ ਨੇ, ਜਦੋਂ ਉੱਥੇ ਪਹੁੰਚ ਗਿਆ, ਆਪ ਤੁਰ ਹੋਇਆ ਕਰ ਬਚਨ ਬਖਾਨਾ। ਫਿਰ ਮਾਤਾ ਨੇ ਇਹਨਾਂ ਨੂੰ ਜਿਵੇਂ ਰਸਤੇ ਵਿੱਚ ਮਿਲ ਪੈਂਦਾ ਹੈ ਕੋਈ, ਉਹਦੇ ਨਾਲ ਮਾਤਾ ਫਿਰ ਪਹੁੰਚ ਗਏ ਨੇ, ਨਾਲ ਹੀ ਬਸ ਛੇਤੀ ਪਿੱਛੇ ਆ ਗਏ। ਤੇ ਜਾਂਦੇ ਸਾਰ ਸੁਤ ਨਾਨਕ ਸੋ ਮੇਲੋ ਮੋਕੋ। ਕਹਿਣ ਲੱਗੇ ਮਰਦਾਨਿਆ, ਤੈਨੂੰ ਮੇਰੀ ਸਹੁੰ ਹੈ, ਮੇਰੀ ਕਸਮ ਹੈ ਤੈਨੂੰ, ਅੱਜ ਜੇ ਤੂੰ ਮੇਰੇ ਪੁੱਤ ਨੂੰ ਨਾ ਮਿਲਾਇਆ ਤੇ ਫਿਰ ਦੇਖ ਲਈ, ਮੁੜ ਕੇ ਤੂੰ ਮੇਰਾ ਮੂੰਹ ਨਹੀਂ ਵੇਖਣਾ। ਇੱਦਾਂ ਮਾਤਾ ਨੇ ਉਹਨੂੰ ਕਈ ਤਰ੍ਹਾਂ ਦੇ ਵਾਸਤੇ ਪਾਏ। ਤੈਨੂੰ ਵਾਹਿਗੁਰੂ ਦਾ ਵਾਸਤਾ ਹੈ, ਤੈਨੂੰ ਮੇਰੇ ਪੁੱਤ ਦਾ ਵਾਸਤਾ ਹੈ, ਮੇਰੇ ਪੁੱਤ ਨੂੰ ਮੈਨੂੰ ਮਿਲਾ ਦੇ ਇੱਕ ਵਾਰ, ਮੇਥੋਂ ਨਹੀਂ ਰਿਹਾ ਜਾਂਦਾ ਹੈ। ਇੱਦਾਂ ਕਹਿ ਕੇ ਸੁਧ ਮਰਦਾਨਾ ਤੇ ਕਬ ਤੂੰ ਕਹੋ। ਇਹ ਮਰਦਾਨੇ ਤੈਨੂੰ ਖਬਰ ਤੇ ਹੈ, ਇਹ ਤੇ ਝੂਠ ਤੂੰ ਨਾ ਹੀ ਬੋਲ ਤੇ ਚੰਗਾ ਹੈ, ਤੈਨੂੰ ਸਾਰਾ ਪਤਾ ਹੈ। ਕਿਉਂ ਝੂਠ ਬੋਲਦਾ ਹੈ? ਤੇਰੀਆਂ ਅੱਖਾਂ ਦਿਖਦੀਆਂ ਪਈਆਂ ਨੇ। ਬੰਦਾ ਝੂਠ ਵੀ ਬੋਲੇ ਨਾ, ਉਹਦੀਆਂ ਅੱਖਾਂ ਨਹੀਂ ਝੂਠ ਬੋਲ ਸਕਦੀਆਂ ਨੇ। ਬੰਦਾ ਭਾਵੇਂ ਕਹੀ ਜਾਵੇ ਮੈਂ ਨਹੀਂ ਚੋਰੀ ਕੀਤੀ ਹੈ, ਮੈਂ ਨਹੀਂ ਕੁਛ ਕੀਤਾ ਹੈ, ਉਹਦੀਆਂ ਅੱਖਾਂ ਦੱਸ ਦਿੰਦੀਆਂ ਨੇ ਕਿ ਇਹੋ ਚੋਰ ਹੈ। ਮਰਦਾਨੇ ਨੇ ਕਈ ਵਾਰ ਨਾ ਕੀਤੀ ਹੈ, ਪਰ ਜਿਹੜੀਆਂ ਅੱਖਾਂ ਨੇ ਇਹ ਨਾ ਬੋਲ ਕੇ ਵੀ ਬੜਾ ਕੁਛ ਬਿਆਨ ਕਰ ਜਾਂਦੀਆਂ ਨੇ। ਮਾਂ ਨੇ ਅੱਖ ਪੜ੍ਹ ਲਈ ਹੈ ਮਰਦਾਨੇ ਦੀ। ਕਹਿੰਦੇ ਝੂਠ ਬੋਲਦਾ ਹੈ ਤੂੰ, ਸੱਚ ਦੱਸ ਦੇ, ਤੇ ਮੇਰੇ ਪੁੱਤ ਬਾਰੇ ਤੈਨੂੰ ਪਤਾ ਹੈ ਸਾਰਾ। ਤੇ ਫਿਰ ਬਹੁਤ ਬਰਖ ਹੋ ਦੇਖਿਓ ਨਾਹੀ। ਤੈਨੂੰ ਵਾਹਿਗੁਰੂ ਦਾ ਵਾਸਤਾ ਹੈ, ਇੱਕ ਵਾਰੀ ਮੇਰੇ ਪੁੱਤ ਦੇ ਦਰਸ਼ਨ ਕਰਾ ਦੇ, ਮੈਂ ਉਸ ਤੋਂ ਬਿਨਾਂ ਰਹਿ ਨਹੀਂ ਸਕਦੀ ਹਾਂ। ਬੜਾ ਸਮਾਂ ਹੋ ਗਿਆ, ਮੈਂ ਆਪਣੇ ਪੁੱਤ ਦਾ ਚਿਹਰਾ ਨਹੀਂ ਦੇਖਿਆ ਹੈ, ਇੱਕ ਵਾਰੀ ਮਿਲਾ ਦੇ। ਮੋਹ ਬੜਿਓ ਅੱਛੇ ਮਨ ਮਾਹੀ। ਇਹ ਤਾਂ ਮਾਂ ਦੇ ਮਨ ਵਿੱਚ ਬਹੁਤਾ ਹੀ ਮੋਹ ਜਾਗ ਗਿਆ। ਸੁਣ ਮਰਦਾਨੇ ਦੂਸ਼ਣ ਕੀਮਨ। ਮਰਦਾਨਾ ਫਿਰ ਕੀ ਬੋਲੇ? ਹੁਣ ਪਤਾ ਹੈ ਕਿ ਜੇ ਹੁਣ ਫਿਰ ਮੈਂ ਕੁਛ ਬੋਲਿਆ, ਹੁਣ ਕੁਛ ਨਵੀਂ ਉਪਦਰਵ ਖੜਾ ਹੋ ਜਾਏਗਾ, ਕੋਈ ਨਵੀਂ ਵਿਪਤਾ ਛਿੜ ਜਾਏਗੀ। ਹੁਣ ਮਰਦਾਨਾ ਕੁਛ ਵੀ ਨਾ ਬੋਲਿਆ ਹੈ ਕਿ ਬਹੁਤ ਝੂਠ ਬੋਲ ਲਿਆ ਹੈ, ਹੁਣ ਨਹੀਂ ਝੂਠ ਬੋਲਣਾ। ਚੁੱਪ ਹੋ ਗਿਆ ਮਰਦਾਨਾ। ਗੁਰ ਭੈ ਲਖਿਓ ਨਾ ਪੁੱਤਰ ਦੀਨੰ। ਗੁਰੂ ਸਾਹਿਬ ਦਾ ਡਰ ਜਾਣ ਕੇ ਬੋਲੇ ਕੁਛ ਨਾ। ਇਹ ਸੋਚਿਆ ਹੈ ਕਿ ਨਾ ਤੇ ਮੈਂ ਕੁਛ ਬੋਲਾਂਗਾ, ਨਾਲੇ ਮਾਂ ਦੀ ਵੀ ਰਹਿ ਜਾਏਗੀ, ਨਾਲੇ ਸਤਿਗੁਰਾਂ ਦੀ ਵੀ ਰਹਿ ਜਾਏਗੀ। ਰਸਤਾ ਉਹ ਚੁਣਿਆ ਹੈ, ਰਸਤਾ ਨਹੀਂ ਛੱਡਿਆ ਹੈ। ਸੋਚਦੇ ਨੇ ਕਿ ਮੈਂ ਬੋਲਾਂਗੀ ਨਾ ਕੁਛ, ਫਿਰ ਮੈਂ ਸਤਿਗੁਰਾਂ ਤੋਂ ਭਲਾ ਕਿਵੇਂ ਬੁਰਾ ਬਣਾਂਗਾ। ਮੈਂ ਕਹਾਂਗਾ ਮਹਾਰਾਜ ਮੈਂ ਤਾਂ ਤੁਹਾਡੇ ਕੋਲ ਆ ਰਿਹਾ ਸੀ,
ਮਾਤਾ ਮੇਰੇ ਪਿੱਛੇ ਆ ਗਈ, मैं किवें रोक सकदा सी? ऐ बहाना मैं सतगुਰਾਂ ਨੂੰ लगा देंगा, फिर भला सतगुरु मां ਦੇ ਸਾਹਮਣੇ ਮੈਨੂੰ ਕੀ कर सकणगे? इदां करके जननी जान गई ते बाता, जननी माता ने तो जान ही लिया है कि जरूर कुछ दाल विच काला है, चली तब है ते को पछाता। माता नाल चलते पे ने, मरदाना भी आपके पैर कदम छेती छेती उठा रहा है कि मैं पहला जाके सतगुਰਾਂ ਨੂੰ दस दियां कि सतगुरु माता को पता लग गया जी, हुण कोई आपका बंदोबस्त कर लो, जे किधरे जाना है किधरे लुकना है तो देख लो अपनी मर्जी। हुण माता को तो पता लग गया, मैं की कर सकता हाँ, मैं पहला जाके दस दिया। पर सतगुरु की माता वो भी नाल नाल चलते पे ने। ये कुछ इहो जिहा समा किहो जिहा होएगा तुसीं हिसाब लाओ। पुत का मिलाप होना है मां नाल, वो समा भी अलौकिक है। प्रेम बयान नहीं हो सकता, प्रेम वो जान सकता जिन्होंने प्रेम ने आके पकड़िया है। वो खेड किहो जी होएगी, वो समा किहो जिहा होएगा जिस वेले माता का पुत्र नाल मिलाप होना है। और पुत्र भी आम नहीं, दीन दुनिया का वाली सतगुरु नानक देव जी, बाबा वैद रोगियां का रोग जे जो जो देखे सो सो रोगी, रोग रहत मेरा सतगुरु जोगी। ऐसे जेडे सारे रोगों तो रहत सतगुरु जी है, वो माता नाल मिलने वास्ते जा रहे हैं। जह बैठे बेदी कुल दीपा, जिथे खूह के किनारे ते बेदी कुल केत। ऐसे गुरु नानक देव जी जिन्हों की गोत बेदी है, कह लगे जिथे बैठे ने ना पहुँचत भेद दे कूप समीपा। उथे फिर मरदाना पहले पहुँच गया है, माता भी नाल आ गई दोहरा। मात बिलो की दूर ते तूरन उठ सुखदाए। हुण ते अज चोरी पकड़ी गई है सतगुਰਾਂ जी, देखा माता आ गए ने, हुण नहीं कुछ हो सकता है। और सतगुरु जी का जिन्ना प्रेम माता नाल है, पिता नाल है, उन्ना है भी किसी नाल नहीं है। पर सतगुरु की कोई रमज है जो माता पिता को क्यों नहीं मिलना चाहते है। सतगुरु मोह तोड़ना चाहते माता पिता का, क्योंकि मोह दुखदाई है। मोह के नाल जिन्ने दुख छिड़ते हैं उन्हें होर किसी विकार नाल नहीं छिड़ते हैं। हुण माता सामने आ रही दूरों, दीन दुनिया के वाली सतगुरु उठ गए ने। हुण सारियां समाधियां जो भी साधना करते सब त्याग दित्तियां ने। जिथे माँ आ गई, जिथे पिता आ गया, उत्थे ओहदे तुल होर किहदा सन्मान करना सी। सतगुरु महाराज उठ गए आपने आसन तो, चरण वंदना शीस धर, कीनी आज्ञा आए। देख लो जेडे सतगुਰਾਂ ਨੂੰ सारी दुनिया पूजती है, पर मां ते मां है। सतगुरु आप उठ के मां के चरणों से मत्था टेकिया महाराज जी ने। और क्या माता जी नमस्कार होए, चरण वंदना होए, चरनी पैंदा हाँ तुहाडे। इहदा सतगुਰਾਂ ने क्या चौपई कौरी भर नानक को जननी। माता ने मत्था टेकन तो पहले ही कलेजे नाल ला लिया, छाती नाल ला लिया माता ने। सो इन्ना प्रेम माता का। बड़ी गलवकड़ी विच घुट के भर लिया है, आप जी गलवकड़ी नाल घुट के पकड़ लिया है हुण सतगुਰਾਂ ने। और कितना ही समा गलवकड़ी विचों छड्डिया जाए। मान लो अज तो सारी दुनिया के दुख खत्म हो गए, मां के पुत कोल सामने खड़ा है, हुण दुख सारे विलीन हो गए है। जिन्नियां आसावां सी, जिन्ने दुख सी, सारे खत्म हो गए। सतगुਰਾਂ के नाल गलवकड़ी विच जदों पै गए तां रोदन करत न जाई गनमी। पर वो जिहड़ा माता का वियोग है ना, अखां विचों जल है, वो तो इउं वगदा पिया जिवें पता नहीं पानी किन्ना क है। वो इउं जिवें दरिया ही वगदा पिया है। यारो यार वैराग आई जा रहा है। और मां कही जा रही है, पुत तू कित्थे चला गया सी, तू आया ही ना, किते दसिया ही ना। माता कही जा रही है और सतगुरु चुप है। वो ऐसे आनंद को बयान नहीं किया जा सकता। जदों असी नाम जपते भी होइए, वो जिहड़ा आनंद है वो लफ्जी बयान नहीं है। तो सतगुरु सच्चे पातशाह माता कह रहे हैं, ऐ पुत्र तू कित्थे चला गया सी, तैनूं पता है मैं तेरे तो बिना किवें मर मर के दिन रात कड्ढे है, तेरे तो बिना मेरा गुजारा नहीं सी, तू मैनूं क्यों छड्ड के चला गया। ये तो माता कहती चलियो बिलोचन ते बहुनियम, नेत्रा विचों जल वही जा रहा है। सुत बिरहा नल जन कर सीरन, कह लगे इदा जानो
जिवें पुत दे विछोड़े की अग दे विच मन लो कहन लगे ये तत्ती हवा वगदी पई है। इदां मन लो कि जिवें पुत दे विछोड़े की अग नाल पहला माता दुखी सी ना, हुण अज ठंडा पानी पै गया है उस ते, सारी अग बुझ गई है, हुण सारे दुख वलीन हो गए। चलियो अश्रपात सो बस्तर भिगिए, इन्ने नेत्रां विचों जल वगया कि माता के सारे बस्तर गिले हो गए हैं। माता के बस्तर गिले होए, सतगुरां दा पावन चोला भी गिला हो गया है। इन्ना ज़्यादा माता ने वैराग किया, जो देखत सो गद गद होए। ये जिहड़ी घड़ी नूं जिन्हें जिन्हें देखा है ना, कहना कि उन्होंने ही ज्ञान हो गया। जिन्हें ऐसा अलौकिक समा देखा है ना, वह खुश हो रहा है, ਉਹਦੇ चित्त ਨੂੰ शांति आ रही। जे पशु पक्षी देखते हैं वो भी चहचहा रहे हैं, क्योंकि इहो जिहा आनंद ये बयान थोड़ी हो सकता है। कोई कभी कहे भला कि उस आनंद को बयान किया जा सकता है। किताबां भर जाणगियां पर वो आनंद नहीं बयान होएगा, क्योंकि वो घटना अंदर वापर रही है और व्यवहार बाहर का है। लफ्ज बाहर आ रहे हैं, अनुभव बयान नहीं हो सकता। वो प्रेम को जिन्हें जिन्हें देखा कह लगे वो सारे खुश होंदे है, सारे आनंद विच मगन हन। कौड़ी ते सुख को लहता जाई। सतगुरु जी नूं मरदाना जी कहते हैं, सतगुरु जी चलिए घर फिर। ते माता कहती मरदाने चुप कर जा, हुण मैनूं पुत नूं मिलना दे पहलां, फिर मैं घर खड़ांगी, तू फिर बोली जाना है। तो माता छड्डदे नहीं पे गलवकड़ी विचों। मरदाना जी अपने सुभाव विच कह रहे हैं, पता तो लग गया कि हुण मेरी चोरी फड़ी गई है, हुण माता ने मेरी जरूर कुछ ना कुछ तसल्ली कराउणी है। ये हुण मरदाने नूं दिसदा पिया है। तो हुण कह रहे हैं आपदा खैड़ा छडाउण वास्ते, सतगुरु चलिए घर फिर, हुण आपां तुसीं हुण मिल के लिआईए माता नूं, हुण चलो आपां घर नूं चले जाने आ। माता ने रोक दिता। माता कह लगी मरदाने चुप कर, पहले तेन 2 घंटिया तो मैं पुछदी, तू तो दसिया कुछ ना, हुण जे मेरा पुत मिलिया हुण तू सानूं मिलन भी नहीं दे रहा। इदां माता ने बड़ा लंबा समा पुत नूं आप दी गलवकड़ी विच लै लिया। बिरहों अधिक बिरहों ते मिलत न रजई। इन्ना ज़्यादा विछोड़ा सी कि मान लो मिल के भी मिलिया नहीं जा रहा है, फिर भी रज नहीं हो रहा है। वो रज नहीं हुंदा बंदे का जदों इहो जिहा कुछ कौतुक वापर जे। तुसीं देखो किते किसी बंदे नाल बहुता प्रेम होए साडा, और असीं किते बड़ी दूर गए होइए, सुभावक सानूं मिल पवे। ये नहीं कि सानूं पता सी उन्हें आउणा है, सुभावक मिल पए, पता भी नहीं सी भी उन्हें आउणा है, फिर वो मिल पवे। वो आनंद किहो जिहा होएगा, वो आनंद नहीं दसिया जा सकता है। माता नहीं रजदे पए है, इन्ने चिर तो मिलिया है पुत। ते माता सच्चे पातशाह जी दे आप दे गलवकड़ी विचों छड्ड नहीं रहे हन। बदन बिलोकत सुंगत माथा। माता कदे हथ चुमदी है पुत्र दे, कदे मत्था चुमदे ने, कदे फिर कहती है आए मेरा पुत किन्ने चिर बाद मिलिया है, तू सही सलामत है, मैनूं बड़ी खुशी है। मैं तो सोचती सी पता नहीं मेरा पुत्र कित्थे चला गया है, इहो ही मैनूं सुख चाहिदा सी। मैनूं ते धन दे नाल कोई मतलब ही नहीं सी। जे तू कहना कि तू मैनूं कुछ कमा के देना, मैनूं कुछ नहीं चाहिदा है, तू सिर्फ आपके दर्शन दे दे मैनूं तेरे नाल होर कोई मतलब नहीं है। ऐ असली प्रेम, प्रेम की परिभाषा है जो सब कुछ निशावर कर देना, सब कुछ लुटा देना, कुछ मतलब भी नहीं। जिहड़ा दुनियावी प्रेम है उहदे नाल कई मतलब है, उहदे नाल कई संबंध है। मैं किसी नाल प्रेम तां करदा हाँ क्योंकि फलाने नाल मैनूं कोई मतलब है, पर माता का कोई मतलब नहीं है। माता सिर्फ उन्होंने आनंद ही देना चाहती है, पुत्र तो निशावर होना चाहती है। माता कहते कि तू सानूं पहलां क्यों ना मिलिया। बदन बिलोकत करत निज सिर फेरत हाथा। माता जी सतगुरु नानक देव जी के सिर ते हाथ फेरते हैं, उन्होंने थापड़ दिंदे ने, ਉਹਦੇ कदे छाती ते कदे लक ते थापियां दिंदे ने, कदे फिर सिर ते आपदे पवित्र हस्त कमलां नूं फेरदे। बुद्धि बिरध बल ते तन हीना। देख लो है शरीर बिरध है माता का, पर पुत्र नूं देख के अज सारा बिरधपुणा बुढ़ेपा दूर हो गया है। हुण कोई बुढ़ेपा नहीं तंग करदा पिया है। उदा माता कदे कहंदे सी मेरे लत्तां दुखदियां ने, कदे कहंदे सी मेरे कमर दुखदी है,
ਪੁੱਤ ਨੂੰ ਦੇਖ ਕੇ ਸਾਰੇ ਦੁੱਖ ਬਲੀਨ ਹੋ ਗਏ, ਨਾਸ ਹੋ ਗਏ। ਕਿਉਂਕਿ ਪ੍ਰੇਮ ਵਿੱਚ ਦੁੱਖ ਹੁੰਦਾ ਹੀ ਨਹੀਂ ਕੋਈ, ਪ੍ਰੇਮ ਸਾਰੇ ਦੁੱਖ ਭੁਲਾ ਦਿੰਦਾ ਹੈ। ਕਹਿੰਦੇ ਕਿ ਅੱਜ ਮੈਂ ਖੁਸ਼ ਹਾਂ, ਅੱਜ ਮੈਨੂੰ ਵਾਹਿਗੁਰੂ ਨੇ ਸਾਰੇ ਸੁੱਖ ਦੇ ਦਿੱਤੇ ਹੈ। ਮੈਂ ਜਿੰਨਾ ਤੈਨੂੰ ਯਾਦ ਕਰਦੀ ਸੀ ਨਾ, ਉਹ ਸਾਰੀਆਂ ਯਾਦਾਂ ਦਾ ਫਲ ਅੱਜ ਮੈਨੂੰ ਮਿਲ ਪਿਆ। ਪੁੰਨ ਸਮੀਪ ਬੈਸੀ ਬੋ ਸੁਖ ਦੀਨਾ। ਫਿਰ ਕੋਲ ਉੱਥੇ ਬੈਠ ਗਏ ਨੇ। ਕਹਿੰਦੇ ਘਰ ਬਾਹਰ ਵਿੱਚ ਜਾਵਾਂਗੇ, ਪਹਿਲਾਂ ਮੈਂ ਆਪ ਦੇ ਪੁੱਤ ਨੂੰ ਇੱਥੇ ਕੁਛ ਛਕਾ ਲਵਾਂ, ਭੋਜਨ ਛਕਾਵਾਂ ਆਪ ਦੇ ਹੱਥਾਂ ਨਾਲ। ਪਤਾ ਨਹੀਂ ਮੇਰੇ ਪੁੱਤਰ ਨੇ ਕੁਛ ਛਕਿਆ ਹੋਵੇਗਾ ਕਿ ਨਹੀਂ ਛਕਿਆ ਹੋਣਾ। ਮਾਂ ਦਾ ਸੁਭਾਅ ਹੈ, ਭਾਵੇਂ ਪੁੱਤਰ ਰੱਜਾ ਵੀ ਹੋਏ ਫਿਰ ਵੀ ਉਹਨੇ ਕਹਿਣਾ ਕੁਛ ਨਾ ਕੁਛ ਛਕਾਵਾਂਗੀ ਤੈਨੂੰ ਮੈਂ, ਉਹਦਾ ਨਹੀਂ ਜਾਣ ਦੇਵਾਂਗੀ। ਤੇ ਮਾਤਾ ਜੀ ਕਹਿਣ ਲੱਗੇ ਇੱਥੇ ਬੈਠ ਜਾ ਹੁਣ ਤੂੰ। ਫਿਰ ਸੁੱਖਾਂ ਦੇ ਦਾਤੇ ਉੱਥੇ ਬੈਠ ਗਏ। ਜਬ ਕਾਲੂ ਮੈਂ ਸੁਧ ਜਿਉ ਪਾਈ। ਇੱਧਰ ਖਬਰ ਪਹੁੰਚ ਗਈ ਹੈ ਬਾਬਾ ਕਾਲੂ ਜੀ ਨੂੰ ਵੀ, ਬਾਬਾ ਕਲਿਆਣ ਦਾ ਸਤਿਗੁਰਾਂ ਦੇ ਪਿਤਾ ਜੀ ਨੂੰ ਪਤਾ ਲੱਗ ਗਿਆ ਕਿ ਅੱਜ ਨਾਨਕ ਆਇਆ ਹੈ। ਐ ਦੇਖ ਕੇ ਤਾਂ ਵੈਸੇ ਵਹਿਰਤਾ ਤਨਮ ਆਈ। ਫਿਰ ਜਿਨ੍ਹਾਂ ਕੋ ਪਤਾ ਕੀਤਾ ਸਾਰੇ ਕਹਿਣ ਲੱਗੇ ਵੀ ਉਹ ਘਰ ਨਹੀਂ ਆਇਆ ਹੈ, ਉਹ ਬਾਹਰ ਹੀ ਬੈਠਾ ਹੈ। ਇਹਨਾਂ ਸੁਣਦਿਆਂ ਦਕਸ਼ਿਨ ਜੀ ਨੂੰ ਤੁਰੰਗਨ ਪਾਵਾ। ਉਸੇ ਵੇਲੇ ਘੋੜੇ ਤੇ ਕਾਠੀ ਪਾਈ ਹੈ ਤੇ ਫਿਰ ਘੋੜੇ ਤੇ ਸਵਾਰ ਹੋ ਕੇ ਹੋਇਆ ਅਰੂੜ ਤਰਨ ਤਲ ਆਵਾ। ਉਸੇ ਵੇਲੇ ਘੋੜੇ ਤੇ ਸਵਾਰ ਹੋ ਕੇ ਬਾਬਾ ਕਲਿਆਣ ਦਾਸ ਜੀ ਉੱਥੇ ਆ ਗਏ। ਬੜਵਾ ਪਿਤਾ ਬਿਲੋ ਉੱਠੇ ਦੁੱਖ ਕੰਦਨ। ਸਤਿਗੁਰੂ ਜੀ ਆਪ ਦੇ ਪਿਤਾ ਨੂੰ ਦੇਖ ਕੇ ਦੁੱਖਾਂ ਨਾਸ ਕਰਨ ਵਾਲੇ ਮਹਾਰਾਜ ਉੱਠ ਗਏ। ਪਦ ਅਰਬਿੰਦ ਕਰਤ ਤੇ ਬੰਦਨ। ਆਪ ਜੀ ਸਤਿਗੁਰੂ ਜੀ ਆਪ ਜੀ ਦੇ ਪਿਤਾ ਦੇ ਚਰਨਾ ਕਮਲਾਂ ਤੇ ਮੱਥਾ ਟੇਕਦੇ ਹਨ। ਬੜਵਾ ਤੇ ਉਤਰੇ ਉਲਟ ਕਾਲਾ। ਦੇਖ ਲੋ ਹਲੇ ਬਾਬਾ ਕਾਲੂ ਜੀ ਘੋੜੇ ਤੋਂ ਉਤਰੇ ਵੀ ਨਹੀਂ ਨੇ, ਪਰ ਸਤਿਗੁਰੂ ਜੀ ਨੇ ਘੋੜੇ ਤੇ ਚੜ੍ਹਿਆਂ ਦੇ ਚਰਨਾਂ ਨੂੰ ਪਕੜ ਲਿਆ ਹੈ। ਇਹ ਪ੍ਰੇਮ ਹੈ ਪੁੱਤਰ ਦਾ। ਨਹੀਂ ਤੇ ਕਹਿੰਦੇ ਮੈਨੂੰ ਕੀ ਲੈਣਾ ਇਹਨਾਂ ਨਾਲ, ਮੈਨੂੰ ਤਾਂ ਇਹਨਾਂ ਨੇ ਘਰੋਂ ਕੱਢਿਆ ਸੀ, ਹੁਣ ਮੈਂ ਇਹਨਾਂ ਨੂੰ ਕਿਉਂ ਇਹਨਾਂ ਨੂੰ ਮੱਥਾ ਟੇਕਾਂ, ਮੈਂ ਤੇ ਇਹਨਾਂ ਨੂੰ ਬੁਲਾਵਾਂਗੇ ਨਾ। ਇਹੋ ਜਿਹੇ ਪੁੱਤਰ ਅੱਜ ਕੱਲ੍ਹ ਦੇਖੇ ਜਾਂਦੇ ਆ, ਪਰ ਸਤਿਗੁਰੂ ਜੀ ਇਹੋ ਜਿਹੇ ਨਹੀਂ ਨੇ। ਸਤਿਗੁਰੂ ਜੀ ਨੇ ਇਹੋ ਜਾਣਿਆ, ਭਾਵੇਂ ਮੈਨੂੰ ਬੁਰਾ ਕਹਿੰਦੇ ਆ ਚੰਗਾ ਕਹਿੰਦੇ, ਹੈ ਤੇ ਮੇਰੇ ਪਿਤਾ ਹੈ ਨਾ, ਹੈ ਤੇ ਮੇਰੇ ਵਾਸਤੇ ਰੱਬ ਸਰੂਪ ਹੀ ਹੈ। ਮੈਨੂੰ ਪਾਲਿਆ ਪੋਸ਼ਿਆ ਇਹਨਾਂ ਨੇ। ਫਿਰ ਆਪ ਜੀ ਨੇ ਆਪ ਜੀ ਦੇ ਪਿਤਾ ਦੇ ਚਰਨਾਂ ਨੂੰ ਪਕੜ ਲਿਆ ਹੈ। ਹੁਣ ਤੇ ਬਾਬਾ ਕਾਲੂ ਜੀ ਆਪ ਦੇ ਘੋੜੇ ਤੋਂ ਉਤਰੇ ਜਦੋਂ ਗੱਲ ਸੁਣ ਲਾਇਓ ਪ੍ਰੇਮ ਵਿਸਾਲਾ। ਹੁਣ ਪਿਤਾ ਨੇ ਵੀ ਪੁੱਤਰ ਨੂੰ ਆਪ ਦੇ ਗਲੇ ਨਾਲ ਲਾ ਲਿਆ ਹੈ। ਔਰ ਬਾਪ ਪੁੱਤਰ ਦਾ ਪ੍ਰੇਮ ਇਹ ਵੀ ਅਲੌਕਿਕ ਹੈ, ਬਿਆਨ ਨਹੀਂ ਹੋ ਸਕਦਾ ਹੈ। ਬਾਪ ਨੂੰ ਬੜੀਆਂ ਪੁੱਤਰ ਨੂੰ ਇੱਛਾਵਾਂ ਹੁੰਦੀਆਂ ਨੇ, ਆਸਾਵਾਂ ਹੁੰਦੀਆਂ ਨੇ। ਅੱਜ ਸਾਰੀਆਂ ਆਸਾਵਾਂ ਖਤਮ ਹੋ ਗਈਆਂ ਨੇ। ਅੱਜ ਸਿਰਫ ਇਹੋ ਦਿਸਦਾ ਹੈ ਕਿ ਮੇਰਾ ਪੁੱਤ ਆ ਗਿਆ ਹੈ, ਮੈਨੂੰ ਹੁਣ ਇਹਦੇ ਨਾਲ ਕੋਈ ਮਤਲਬ ਨਹੀਂ ਹੈ, ਬਸ ਹੁਣ ਇਹਦੇ ਦਰਸ਼ਨ ਹੋਈ ਜਾਣ, ਇਹ ਆਨੰਦਿਤ ਕਰਨ ਵਾਲੇ। ਹੁਣ ਪਿਤਾ ਸਤਿਗੁਰਾਂ ਨੂੰ ਆਪ ਦੇ ਗਲਵੱਕੜੀ ਵਿੱਚ ਲੈ ਲਿਆ ਹੈ ਔਰ ਲੰਮਾ ਸਮਾਂ ਛੱਡਿਆ ਨਾ। ਜਨਮ ਭੂਖੇ ਮਿਲਿਓ ਆਹਾਰਾ। ਪਿਤਾ ਦਾ ਸੁਭਾਅ ਇਹ ਵੀ ਬਹੁਤ ਉੱਚਾ, ਇਹ ਅਸੀਂ ਬਿਆਨ ਨਹੀਂ ਕਰਦੇ, ਵੱਖਰੀ ਗੱਲ ਹੈ। ਪਰ ਜਿੰਨਾ ਪਿਤਾ ਆਪ ਦੇ ਪੁੱਤਰ ਵਾਸਤੇ ਕਰਦਾ, ਸ਼ਾਇਦ ਮਾਂ ਵੀ ਨਾ ਕਰਦੀ ਹੋਏ। ਮਾਂ ਇੱਕ ਮੋਹ ਦੀ ਮੂਰਤੀ ਹੈ, ਇਸ ਕਰਕੇ ਚੰਗੀ ਲੱਗਦੀ ਹੈ, ਪਰ ਪਿਤਾ ਵੀ ਸਰਬੱਗ ਹੈ, ਪਿਤਾ ਦੀ ਮਹਾਨਤਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਤਾ ਨੂੰ ਰੱਬ ਸਰੂਪ ਜਾਣ ਕੇ ਉਹਨਾਂ ਨਾਲ ਮਿਲੇ ਨੇ। ਕਹਿਣ ਲੱਗੇ ਇੱਦਾਂ ਹੋ ਰਿਹਾ ਜਿਵੇਂ ਬਹੁਤ ਲੰਮੇ ਸਮੇਂ ਤੋਂ ਕਿਸੇ ਭੁੱਖੇ ਨੂੰ ਭੋਜਨ ਮਿਲ ਗਿਆ ਹੋਵੇ ਨਾ, ਉਹ ਹਾਲਤ ਹੋਈ ਹੈ। ਬਾਬਾ ਕਾਲੂ ਜੀ ਨੇ ਇਸ ਤਰ੍ਹਾਂ ਆਪ ਦੇ ਪੁੱਤਰ ਨੂੰ ਗਲੇ ਨਾਲ ਲਾਇਆ। ਮਰਦਿਓ ਪਿਆਸਿਓ ਭਾਇਓ ਬਾਰਾ। ਹੋਰ ਉਦਾਹਰਨਾਂ ਦਿੰਦੇ ਨੇ, ਜਿਵੇਂ ਮਰਦੇ ਹੋਏ ਬੰਦੇ ਨੂੰ ਪਾਣੀ ਮਿਲ ਜਾਏ, ਐਸਾ ਬਾਬਾ ਕਾਲੂ ਜੀ ਨੇ ਆਨੰਦ ਜਾਣਿਆ ਹੈ। ਸਾਰੇ ਦੁੱਖ ਅੱਜ ਖਤਮ ਹੋ ਗਏ ਨੇ, ਕਿਉਂਕਿ ਬੰਦਾ ਕਿਹਦੇ ਵਾਸਤੇ ਮਿਹਨਤ ਕਰਦਾ ਹੈ। ਆਪ ਦੀ ਕਮਾਈ ਕਰਨੀ, ਧਨ ਕਰਨਾ, ਸ਼ੌਹਰਤ ਕਮਾਉਣੀ ਕਿਸ ਵਾਸਤੇ? ਆਪ ਦੇ ਪੁੱਤਰਾਂ ਨੂੰ ਅੱਗੇ ਵਧਾਉਣ ਵਾਸਤੇ, ਮੇਰੇ ਪੁੱਤਰਾਂ ਦਾ ਜਸ ਹੋਏ। ਹੁਣ ਬਾਪ ਨੇ ਦੇਖਿਆ ਹੈ ਕਿ ਜਿਹੜੀਆਂ ਆਸਾਂ ਮੈਂ ਲਾਉਂਦਾ ਸੀ, ਉਹ ਆਸਾਂ ਦੀ ਮੂਰਤੀ ਮੇਰੇ ਕੋਲ ਆ ਗਈ ਹੈ। ਹੁਣ ਮੈਨੂੰ ਕੁਛ ਨਹੀਂ ਕਰਨ ਦੀ ਜ਼ਰੂਰਤ ਹੈ, ਹੁਣ ਮੇਰਾ ਪੁੱਤਰ ਆ ਗਿਆ ਹੈ। ਬਾਪ ਦੀਆਂ ਸਾਰੀਆਂ ਥਕਾਨਾਂ ਸਭ ਦੂਰ ਹੋ ਗਿਆ। ਮੰਨ ਲਓ ਜਿਵੇਂ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ। ਨੀਰ ਵਿਮੋਚਨ ਲੋਚਨ ਦਰ ਤੇ, ਇੱਦਾਂ ਕਹਿਣ ਲੱਗੇ ਹੈ, ਨੀਰ ਵਿਮੋਚਨ ਲੋਚਨ ਦਰ ਤੇ।
उन्होंने भी नेत्रों में जल बह रहा है। बहुत ज़्यादा वैराग बाबा कालू जी भी कर रहे। गद गद बोले जाए ना गलते, बाप के कोलों बोलिया नहीं जा रहा है, गला भर गया है, क्योंकि खबर ही हुण सुनी है। जदों सुनिया उस वेले आ गए ने। हले माता ने तो पहले आप दा थोड़ा मन ठंडा कर लिया सी, आप दे वैराग कढ़ के नेत्रों विचों जल बहा के। सतगुरु जी के बारे ते पिता नूं हुण ही पता लगा है। इस वास्ते बाबा कालू जी की जिहड़ी बाणी है, लफ्ज़ ने रुक गए ने, बोलिया नहीं जाता। अवर लोग सुनकर बहु आए। इस तो अलहदा बाबा लालू जी जिहड़े सतगुरां दे चाचा जी लगदे ने, फिर होर कई संबंधी लोग जिहड़े पिंड निवासी सन, सारे आ गए। बिना भाव घर हरख बिठाए, सारे प्रेम नाल मिलते हैं, आप हरख बनाते हैं। अगे जिवें वो वार्ता आवेगी आपां अगे सुनांगे। बैठ गए सब तिस ही थाई। फिर सारे उत्थे बैठ गए। चौं दिश मद बेदी कुल राई। सारे बेदी कुल के मनुख उत्थे बैठ गए। अगलियां वारतां आपां अगले दीवानां विच सुनांगे। तुष्ट नाल विचारां करदिआं बेअंत भुल्लां दी खिमा बख्शणी। सतगुरु समर्थ ने कृपा करके साडियां भुल्लां ना चितारन। आप संगत गुरु रूप हो, साडे ते रहमत वरतावनी। इस तरह वध तो वध सुचजे तरीके नाल कथा वार्ता करनी सानूं शब्द हासिल होए। आप संगत का भी रोम रोम करके धन्यवाद है। आपके कीमती समय विचों अलौकिक समा आप जी ने हासिल किया। सो आओ जी अखीरलियां पंक्तियां पढ़िए, गुर फतेह विच सांझ पाइए। मिले भाव कर हरख बिठाए। बैठ गए सब तिस ही थाई। जहाँ दुश्मन बेदी कुल राई। वाहिगुरू जी का खालसा, वाहिगुरू जी की फतेह।